नहीं ते तू इंडिया विच रुलना सी। तेरा सूत आ गया नहीं ते तू इंडिया विच रुलना सी। मैं यूके दी जाई वे तू पलिया पिंडां दा। मैं नित पीवा कोक पीवे पानी पिंडां दा। मैं यूके दी जाई वे तू पलिया पिंडां दा। मैं नित पीवा कोक पीवे पानी पिंडां दा। पिंड दी सुनेरी ने मेरे ते ही चुलना सी। पिंड दी सुनेरी ने मेरे ते ही चुलना सी। सच्ची तेरा सूत आ गया नहीं ते तू इंडिया विच रुलना सी। तेरा सूत आ गया नहीं ते तू इंडिया विच रुलना सी। टुट्टी फुट्टी हुंदी सी इक साइकिल तेरी वे। हुण तू लावें नित नवियां गड्डियां विच गेड़ी वे। टुट्टी फुट्टी हुंदी सी इक साइकिल तेरी वे। हुण तू लावें नित नवियां गड्डियां विच गेड़ी वे। हीरा बन गया हुण तू पा कंडियां दे तुलना सी। हीरा बन गया हुण तू पा कंडियां दे तुलना सी। सोहणिया सूत आ गया नहीं ते तू इंडिया विच रुलना सी। तेरा सूत आ गया नहीं ते तू इंडिया विच रुलना सी। पैसे ना सी जुड़दे इंडिया दारू सिंपल नू। हुण तू पावें हथ शॉप ते जाके डिंपल नू। पैसे ना सी जुड़दे इंडिया दारू सिंपल नू। हुण तू पावें हथ शॉप ते जाके डिंपल नू। नॉन वेज ते बीयर बिना सोफी कित्थों फुलना सी। नॉन वेज ते बीयर बिना सोफी कित्थों फुलना सी। तेरा सूत आ गया नहीं ते तू इंडिया विच रुलना सी। तेरा सूत आ गया नहीं ते तू इंडिया विच रुलना सी। जय गुरुदेव, जय भीम, नो बुधाई। स्पैशल गैसट ਦੇ ਸ਼ੋਅ ਵਿੱਚ ਤੁਹਾਨੂੰ ਮੈਂ ਸਮਝਦਾ ਕਿ ਰੀਜ਼ਨੇਬਲ ਆਈਡੀਆ ਹੋਵੇਗਾ ਕਿ ਅਸੀਂ ਗੱਲ ਕਾਹਦੇ ਬਾਰੇ ਕਰਨੀ ਹੈ ਅੱਜ। ਤੁਸੀਂ ਹੁਣੇ ਪੰਜਾਬੀ ਦਾ ਇੱਕ ਲੋਕ ਗੀਤ ਸੁਣਿਆ ਜਿਹਨੂੰ ਆਵਾਜ਼ ਬਹੁਤ ਪਿਆਰੀ ਦਿੱਤੀ ਗਈ ਹੈ ਤੇ ਉਹਦਾ ਨਾਂ ਆਪਾਂ ਉਸ ਮਹਿਮਾਨ ਤੋਂ, ਉਸ ਸਪੈਸ਼ਲ ਗੈਸਟ ਤੋਂ ਸੁਣਾਂਗੇ ਜਿਹੜੇ ਇਸ ਗੀਤ ਦੇ ਰਚਣਹਾਰੇ ਹਨ। ਤੁਸੀਂ ਇਹ ਵੀ ਭਲੀ ਭਾਂਤ ਜਾਣਦੇ ਹੋ ਕਿ ਜਿਹੜਾ ਸਪੈਸ਼ਲਿਸਟ ਸ਼ੋਅ ਹੁੰਦਾ ਹੈ ਇਹਦਾ ਪੂਰਾ ਜਿਹੜਾ ਇਹਦਾ ਮਾਹੌਲ ਹੈ, ਪੂਰਾ ਇਹਦਾ ਜਿਹੜਾ ਸਟਰਕਚਰ ਹੈ ਉਹ ਕਿਹੋ ਜਿਹਾ ਹੁੰਦਾ ਹੈ। ਅੱਜ ਅਸੀਂ ਇੱਕ ਉਸ ਸ਼ਖਸ ਨਾਲ ਗੱਲ ਕਰਨੀ ਹੈ ਜਿਹਦੇ ਗੀਤ ਔਰ ਕਵਿਤਾਵਾਂ ਬਹੁਤ ਪਿਆਰੀਆਂ ਹੁੰਦੀਆਂ ਹਨ। ਪਹਿਲਾਂ ਵੀ ਮੇਰੇ ਸਪੈਸ਼ਲ ਗੈਸਟ ਦੇ ਇੱਕ ਸ਼ੋਅ ਵਿੱਚ ਉਹ ਹਾਜ਼ਰੀ ਭਰ ਚੁੱਕੇ ਹਨ, ਪਰ ਉਦੋਂ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਂ ਉਹਨਾਂ ਦੀ ਲੇਖਣੀ ਦੇ ਬਾਰੇ 'ਚ ਮੈਂ ਗੁਫ਼ਤਗੂ ਨਹੀਂ ਸੀ ਕਰ ਪਾਇਆ। ਅੱਜ ਉਹਨਾਂ ਨੂੰ ਆਪਾਂ ਇਸ ਕਰਕੇ ਬੁਲਾਇਆ ਹੈ ਕਿ ਨਾਲੇ ਤਾਂ ਉਹਨਾਂ ਦਾ ਗੀਤ ਆਪਾਂ ਸੁਣਾਂਗੇ, ਨਾਲੇ
ਉਹਨਾਂ ਦੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ ਕਿ ਉਹ ਕਿੰਝ ਬਣੇ ਗੀਤਕਾਰ ਔਰ ਉਹਨਾਂ ਦੀ ਜ਼ਿੰਦਗੀ ਕਿੱਦਾਂ ਹੈ, ਕਿੱਦਾਂ ਉਹ ਬਚਪਨ 'ਚ ਖੇਲੇ ਕੁੱਦੇ, ਕਿੱਥੇ ਪੜ੍ਹੇ, ਇਹ ਸਾਰੀਆਂ ਗੱਲਾਂ ਆਪਾਂ ਉਹਨਾਂ ਨਾਲ ਕਰਾਂਗੇ। ਇਹ ਮੇਰਾ ਛੋਟਾ ਵੀਰ, ਮੈਂ ਆਈਡੀਆ ਨਾਲ ਕਹਿਣਾ ਇਹ ਤੋਂ ਬਹੁਤ ਛੋਟੇ ਲੱਗਦੇ ਆ, ਮੇਰਾ ਛੋਟਾ ਵੀਰ ਬਹੁਤ ਵਧੀਆ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਬਹੁਤ ਵਧੀਆ ਲੱਗਦਾ ਹੈ ਮੈਨੂੰ ਖੁਦ ਨੂੰ। ਬਹੁਤ ਇਹਨਾਂ ਦੇ ਜਿਹੜੀ ਲੇਖਣੀ ਹੈ ਬਹੁਤ ਵਧੀਆ ਲੱਗਦੀ ਹੈ, ਕਿਉਂਕਿ ਉਹਦੇ ਵਿੱਚ ਸਮਾਜ ਨੂੰ ਬਹੁਤ ਸੇਧ ਮਿਲਦੀ ਹੈ। ਲੋਕ ਗੀਤ ਲਿਖਣਾ ਇੱਕ ਹੋਰ ਗੱਲ ਆ, ਲੇਕਿਨ ਜਿਹੜੀਆਂ ਕਵਿਤਾਵਾਂ ਤੁਸੀਂ ਲਿਖਣੀਆਂ ਜਿਹਦੇ ਵਿੱਚ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀਆਂ ਕਵਿਤਾਵਾਂ ਸਮਾਜ ਨੂੰ ਕੋਈ ਸੇਧ ਦੇਣ, ਉਸ ਪ੍ਰਤੀ ਇਨਸਾਨ ਦਾ ਜਿਹੜਾ ਜ਼ਿੰਮੇਵਾਰ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਅਤੇ ਇਹਨਾਂ ਦੀਆਂ ਕਵਿਤਾਵਾਂ 'ਚ ਬਹੁਤ ਸਾਰੀ ਜਾਨ ਹੁੰਦੀ ਹੈ, ਬਹੁਤ ਸਾਰੀ ਸੇਧ ਹੁੰਦੀ ਹੈ। ਮੈਂ ਆਪਣੀਆਂ ਗੱਲਾਂ ਬਹੁਤ ਜ਼ਿਆਦਾ ਨਹੀਂ ਕਰਦਾ, ਆਓ ਆਪਾਂ ਉਹਨਾਂ ਨੂੰ ਵੈਲਕਮ ਕਰਦੇ ਹਾਂ। ਅੱਜ ਦੇ ਜਿਹੜੇ ਕਵੀ ਹਨ, ਜਿਹੜੇ ਗੀਤਕਾਰ ਹਨ, ਉਹ ਹਨ ਅਮਰੀਕ ਸੂਫੀ ਸਾਹਿਬ। ਅਮਰੀਕ ਸੂਫੀ, ਜੈ ਭੀਮ, ਨਮਸਤੇ, ਸਵਾਗਤ ਹੈ ਤੁਹਾਡਾ ਬਹੁਤ ਬਹੁਤ ਜਕਾਂਸ਼ TV 'ਤੇ। ਸ਼ੁਕਰੀਆ ਮੇਹਰ ਸਾਹਿਬ ਤੁਹਾਡਾ, ਸਾਨੂੰ ਇਸ ਨਾਚੀਜ਼ ਜਿਹੇ ਬੰਦੇ ਨੂੰ ਮੌਕਾ ਦੇਣ ਦਾ ਇਸ ਵੱਡੇ ਮੰਚ ਦੇ ਉੱਤੇ, ਅਤੇ ਮੈਂ ਤੁਹਾਡਾ ਬਹੁਤ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸੂਫੀ ਸਾਹਿਬ। ਅੱਛਾ, ਪਹਿਲਾਂ ਆਪਾਂ ਗਾਣਾ ਜਿਹੜਾ ਆਪਾਂ ਸੁਣਾ ਕੇ ਸਾਡੇ ਸਰੋਤਿਆਂ ਨੂੰ ਜੀ, ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਤੁਸੀਂ ਜਿਹੜਾ ਇਹ ਗੀਤ ਲਿਖਿਆ ਤੇਰਾ ਸੂਤ ਆ ਗਿਆ, ਹਾਂਜੀ, ਇਹਦਾ ਬਚਪਨ, ਇਹਦਾ ਜਨਮ ਕਿਵੇਂ ਹੋਇਆ, ਕਿੱਦਾਂ ਇਹਦੀ ਉਤਪਤੀ ਹੋਈ? ਇਹਦਾ ਮੇਹਰ ਸਾਹਿਬ ਇੱਦਾਂ ਵੀ ਜਦੋਂ ਮੈਂ ਨਵਾਂ ਇੱਥੇ ਇੰਗਲੈਂਡ ਵਿੱਚ ਆਇਆ ਸੀਗਾ ਨਾ, ਅਤੇ ਅਕਸਰ ਗੱਲ ਸੁਣਨ ਨੂੰ ਮਿਲਦੀ ਸੀ ਤੁਸੀਂ ਕਿੱਦਾਂ ਆਏ ਆ, ਅਤੇ ਮੈਂ ਦੱਸਣੀ ਸਾਰੀ ਗੱਲਬਾਤ। ਠੀਕ। ਤਾਂ ਫਿਰ ਅੱਗੇ ਮੈਨੂੰ ਇਹ ਗੱਲ ਸੁਣਨ ਨੂੰ ਮਿਲਦੀ ਸੀ ਵੀ ਤੇਰਾ ਤਾਂ ਸੂਤ ਆ ਗਿਆ। ਠੀਕ। ਤੇਰਾ ਚੰਗਾ ਸੂਤ ਆ ਗਿਆ ਹੈ ਨਾ। ਅੱਛਾ, ਹੁਣ ਜਿਹੜੇ ਇੱਥੇ ਦੇ ਲੋਕ ਆ ਉਹ ਮੈਂ ਉਹਨਾਂ ਦੀ ਗੱਲ ਕਰ ਰਿਹਾ, ਪਰ ਜਿਹੜੇ ਇੰਡੀਆ ਮੇਰੇ ਨਾਲ ਵਿਚਰਦੇ ਰਹੇ ਆ, ਜਿੱਥੇ ਮੈਂ ਕੰਮ ਕਰਦਾ ਸੀ, ਮੇਰੇ ਮੁਹੱਲੇ ਵਾਲੇ, ਮੇਰਾ ਪਰਿਵਾਰ, ਉਹਨਾਂ ਨੂੰ ਪਤਾ ਸੀ ਇਹਦੇ ਪਿੱਛੇ ਕਿੰਨੀ ਮਿਹਨਤ ਆ, ਕਿੰਨਾ ਮੇਰਾ ਸਟਰਗਲ ਆ, ਕਿੰਨੀ ਦੌੜ ਭੱਜ, ਕਿੰਨੀਆਂ ਲੜਾਈਆਂ ਝਗੜੇ, ਅਤੇ ਕਿੱਦਾਂ ਮੈਂ ਸਫ਼ਰ 13 ਸਾਲ ਦਾ ਸਫ਼ਰ ਸੀ ਇਹ ਮੇਰਾ। ਮੈਂ ਸ਼ੁਰੂ ਕੀਤਾ ਸੀਗਾ 92 'ਚ ਇਹ ਕੰਮ ਬਣਾਉਣਾ ਇੱਧਰਲਾ, ਅਤੇ 2005 ਦੇ ਵਿੱਚ ਫਿਰ ਮੇਰੀ ਫੈਮਿਲੀ ਇੱਧਰ ਆਈ ਸੀ। ਠੀਕ। ਹਾਂਜੀ, ਬਹੁਤ ਮਹਿਸੂਸ ਕਰਨ ਵਾਲੀ। ਹਾਂਜੀ, ਚਲੋ ਮੈਂ ਗੱਲ ਹੋਰ ਕਰਨੀ ਸੀ, ਲੇਕਿਨ ਪਹਿਲਾਂ ਹੁਣ ਇਹ ਤੋਂ ਸ਼ੁਰੂ ਕਰਦੇ ਹਾਂ ਕਿ ਜਿਹੜਾ ਤੁਹਾਡੇ ਪਿੰਡ ਦਾ ਸਫ਼ਰ ਆ, ਹਾਂਜੀ, ਜਿਹੜੀ ਸਟਰਗਲ ਆ ਉਹ ਹਮੇਸ਼ਾ ਜਾਤੀ ਹੁੰਦੀ ਆ। ਬਹੁਤ ਸਾਰੀਆਂ ਗੱਲਾਂ ਬੰਦਾ ਸ਼ੇਅਰ ਨਹੀਂ ਕਰਨੀ ਚਾਹੁੰਦਾ, ਪਰ ਆਪਾਂ ਇਹ ਜ਼ਰੂਰ ਸ਼ੇਅਰ ਕਰਦੇ ਹਾਂ। ਹਾਂਜੀ, ਤੁਹਾਡਾ ਬਚਪਨ ਕਿੱਥੇ ਤੇ ਕਿਵੇਂ ਗੁਜ਼ਰਿਆ ਔਰ ਪੜ੍ਹਾਈ ਤੁਹਾਡੀ ਕਿੱਦਾਂ ਜੀ, ਕਿੱਥੇ ਕੀਤੀ? ਮੇਰਾ ਜਨਮ ਜੀ ਹੋਇਆ ਸੀਗਾ ਸਾਡੇ ਲਾਗੇ, ਇੱਕ ਪਿੰਡ ਦੇ ਲਾਗੇ ਪਿੰਡ ਆ ਚੋਕਾਂ, ਸ਼ਾਇਦ ਤੁਸੀਂ ਜਾਣਦੇ ਹੋਵੋਗੇ। ਅਤੇ ਉੱਥੇ ਅਸੀਂ ਮੇਹਰ ਸਾਹਿਬ ਭੱਠੇ 'ਤੇ ਕੰਮ ਕਰਦੇ ਹੁੰਦੇ ਸੀਗੇ, ਅਸੀਂ ਪੂਰੀ ਫੈਮਿਲੀ ਉੱਥੇ ਰਹਿੰਦੇ ਸੀ। ਠੀਕ। ਅਤੇ ਉੱਥੇ ਮੇਰਾ ਜਨਮ ਹੋਇਆ, ਅਤੇ ਮੈਂ ਸੀਗਾ ਫਿਰ ਜੋ 2.5 ਸਾਲ ਦਾ ਹੋਇਆ, ਅਤੇ ਉਸ ਵੇਲੇ ਫਿਰ ਮੇਰੇ ਮਾਤਾ ਜੀ ਗੁਜ਼ਰ ਗਏ, ਅਤੇ ਫਿਰ ਸਾਨੂੰ ਪਿੰਡ ਸਾਡੇ ਸੂਫੀ ਪਿੰਡ ਮੂਵ ਹੋਣਾ ਪਿਆ। ਅਤੇ ਉਸ ਤੋਂ ਬਾਅਦ ਫਿਰ 5 ਸਾਲ ਦਾ ਹੋਇਆ, ਅਤੇ ਫਿਰ ਮੈਨੂੰ ਮੇਰੀ ਨਾਨੀ ਉੱਥੇ ਲੈ ਗਈ, ਮੇਰੇ ਨਾਨਕੇ, ਕਿਉਂਕਿ ਮਾਂ ਨਹੀਂ ਸੀ ਉੱਥੇ। ਮੈਨੂੰ ਨਹੀਂ ਪੜ੍ਹਨੇ ਪਾਤਾ ਉੱਥੇ। ਦੂਜੀ ਦੀ ਗੱਲ ਆ ਕਿ ਦੂਜੀ ਦੇ ਵਿੱਚ ਨਾ ਕਿਸੇ ਬੱਚੇ ਨੇ ਮੇਰੀ ਨਾ ਉਹਦੇ ਵਿੱਚ ਬਸਤੇ ਦੇ ਵਿੱਚ ਆਪਣੀ ਦਵਾਤ ਪਾਤੀ ਚੋਰੀ ਕਰਕੇ ਕਿਸੇ ਦੀ। ਅੱਛਾ। ਉਹਨੇ ਜਾ ਕੇ ਦੱਸਤਾ ਮੈਡਮ ਨੂੰ, ਅਸੀਂ ਭੈਣ ਜੀ ਕਹਿੰਦੇ ਹੁੰਦੇ ਸੀਗੇ। ਠੀਕ। ਅਤੇ ਉਹ ਜੀ ਮੈਡਮ ਕਹਿੰਦੀ ਜਾਓ ਤੁਸੀਂ ਸਾਰੇ ਜਾਓ ਡੇਕਾਂ ਥੱਲੇ, ਅਤੇ ਮੈਂ ਤਲਾਸ਼ੀ ਲੈਣੀ ਆ। ਅਸੀਂ ਡੇਕਾਂ ਥੱਲੇ ਚਲੇ ਗਏ, ਉਹਨੇ ਤਲਾਸ਼ੀ ਲਈ ਤਾਂ ਮੇਰੇ ਬੈਗ ਦੇ ਵਿੱਚੋਂ ਦਵਾਤ ਨਿਕਲੀ ਸ਼ਾਹੀ ਦੀ। ਉਹਨੇ ਮੈਨੂੰ ਜੀ ਮੈਡਮ ਨੇ ਪੁੱਠਾ ਲਟਕਾ ਦਿੱਤਾ। ਅੱਛਾ। ਹਾਂ, ਅਤੇ ਮੈਨੂੰ ਬੁਖਾਰ ਹੋ ਗਿਆ। ਦੇਖ ਤੇ? ਹਾਂਜੀ, ਡੇਕ 'ਤੇ ਬਰਸਾ ਬੰਨ੍ਹ ਕੇ ਨਾ ਪੁੱਠਾ ਲਟਕਾ ਦਿੱਤਾ। ਅਤੇ ਖਬਰ ਪਹੁੰਚੀ ਮੇਰੇ ਨਾਨੀ ਨੂੰ, ਉਹ 'ਤੇ ਆ ਗਈ। ਹੁਣ ਵਿੱਚ ਚੰਗੀਆਂ ਗਾਲਾਂ ਪਾਈਆਂ ਮੈਡਮ ਨੂੰ, ਕਹਿੰਦੀ ਤੂੰ ਕੌਣ ਨਹੀਂ ਇੱਦਾਂ ਕਰਨ ਵਾਲੀ, ਤੂੰ ਸਜ਼ਾ ਦੇਣੀ, ਚਪੇੜ ਮਾਰ ਲਾ, ਕੋਈ ਹੋਰ ਸਜ਼ਾ ਦੇ, ਮੁਰਗਾ ਬਣਾ ਦੇ ਇਹਨੂੰ, ਹੈ ਨਾ। ਅਤੇ ਮੈਂ ਕਹਿੰਦੀ ਮੈਂ ਨਹੀਂ ਆਪਣਾ ਦੋਤਾ 'ਚ ਰੱਖਣਾ, ਵੀ ਤੁਸੀਂ ਇਹਦਾ ਨਾ ਹੁਣੀ ਕੱਟੋ। ਅਤੇ ਨਾ ਵੀ ਉਸ ਵੇਲੇ ਮੇਰਾ ਉੱਥੋਂ ਕੱਟਿਆ ਗਿਆ, ਅਤੇ ਫਿਰ ਮੈਨੂੰ ਪਿੰਡ ਆ ਕੇ ਫਿਰ ਮੈਂ ਪੜ੍ਹਾਈ ਸ਼ੁਰੂ ਕੀਤੀ ਪਹਿਲੀ ਤੋਂ ਦੁਬਾਰਾ ਫਿਰ। ਹਾਂਜੀ।
ਤੇ ਫਿਰ 5ਵੀਂ ਤੱਕ ਪ੍ਰਾਇਮਰੀ ਸਕੂਲ, 8ਵੀਂ ਤੱਕ ਮਿਡਲ ਸਕੂਲ, ਉਹ ਵੀ ਸਾਡੇ ਪਿੰਡੇ ਸੀਗਾ। ਤੇ ਫਿਰ 9ਵੀਂ 10ਵੀਂ ਕੀਤੀ ਜੀ। ਫਿਰ ਮੈਂ ਕੈਂਟ ਵਿੱਚ ਛਾਉਣੀ ਆ ਕੇ DR ਜੈਨ ਨੈਸ਼ਨਲ ਹਾਈ ਸਕੂਲ, ਉਸ ਤੋਂ ਫਿਰ ਮੈਂ 9ਵੀਂ 10ਵੀਂ ਕੀਤੀ। ਹਾਂਜੀ ਨਹੀਂ, ਬਹੁਤ ਵਧੀਆ। ਦਿਲ ਕਰਦਾ ਕਿ ਆਪਾਂ ਗੱਲ ਅੱਗੇ ਨਾ ਤੁਰੀ, ਇੱਥੇ ਕਰੀ ਚੱਲੀਏ। ਅੱਛਾ, ਤੁਸੀਂ ਲਿਖਣਾ ਕਦੋਂ ਸ਼ੁਰੂ ਕੀਤਾ? ਕਦੋਂ ਤੁਹਾਡੇ ਮਨ ਨੂੰ ਇਹ ਚੇਤਨਾ ਲੱਗੀ ਕਿ ਵੀ ਚਲੋ ਲਿਖਦੇ ਹਾਂ? ਸੌਰੀ, ਲਿਖਣ ਦਾ ਮੇਰੇ ਹਿਸਾਬ ਇੱਦਾਂ ਕਿ 1900 ਮੇਰਾ ਖਿਆਲ 92 93 ਦੀ ਗੱਲ ਆ। ਇੱਕ ਟੇਪ ਆਈ ਸੀਗੀ 10 ਕੀ ਹੋਰ ਉਜਾੜੇਂਗੀ। ਉਹਦੇ ਵਿੱਚ ਸੰਗੀਤਕਾਰ ਸਨ ਚਰਨਜੀਤ ਅਹੂਜਾ ਸਾਹਿਬ, ਗੀਤਕਾਰ ਉਹਦੇ ਵਿੱਚ ਵੱਖੋ ਵੱਖਰੇ ਸੀਗੇ ਅਤੇ ਸਿੰਗਰ ਵੀ ਉਹਦੇ ਵਿੱਚ ਵੱਖੋ ਵੱਖਰੇ ਸੀਗੇ। ਠੀਕ ਹੈ। ਉਹ ਟੇਪ ਮਹੇਸ਼ ਸਾਹਿਬ ਮੇਰੇ ਦਿਲ ਨੂੰ ਬਹੁਤ ਛੂਹ ਗਈ, ਮੇਰੇ 'ਤੇ ਬਹੁਤ ਅਸਰ ਕੀਤਾ ਉਹਨੇ। ਠੀਕ ਹੈ। ਕਿ ਕਾਫੀ ਸੋਹਣਾ ਲਿਖਿਆ ਗਿਆ, ਕਾਫੀ ਸੋਹਣਾ ਗਾਇਆ ਗਿਆ। ਵਿੱਚ ਸਾਬਰਕੋਟੀ, ਇੱਦਾਂ ਕਾਫੀ ਸੋਹਣੇ ਕਲਾਕਾਰ ਸੀ ਚੰਗੇ। ਸਾਬਰਕੋਟੀ ਦੀ ਵੀ ਜਿਹੜੀ ਲਾਈਫ ਉੱਥੋਂ ਬਣੀ ਫਿਰ ਟੇਪ ਤੋਂ। ਠੀਕ ਹੈ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਉਸ ਟੇਪ ਤੋਂ ਪ੍ਰਭਾਵਿਤ ਹੋ ਕੇ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਜੀ। ਵਾਹ ਜੀ ਵਾਹ। ਅੱਛਾ। ਹਾਂਜੀ। ਕਿਉਂਕਿ ਹੁਣ ਤੁਸੀਂ ਗੱਲਾਂ ਬਾਤ 'ਤੇ ਲਿਖਣਾ ਸ਼ੁਰੂ ਕਰ ਦਿੱਤਾ। ਹਾਂਜੀ। ਅਤੇ ਫਿਰ ਆਪਾਂ ਨੂੰ ਤੁਹਾਡੇ ਕੋਲ ਸੁਣਨਾ ਵੀ ਚਾਹੀਦਾ ਕਿ ਅੱਜ ਕੀ ਸੁਣਾਓਗੇ, ਜਿਹੜਾ ਕੋਈ ਚੀਜ਼ ਤੁਹਾਡੇ ਮਨਪਸੰਦ ਹੈ ਜੀ। ਕੋਈ ਕਵਿਤਾ ਜਾਂ ਕੋਈ ਗੀਤ ਜਾਂ ਗਜ਼ਲ, ਹਾਂਜੀ, ਜੋ ਵੀ ਤੁਹਾਡੇ ਮਨ ਦੇ ਨੇੜੇ ਆ। ਗਜ਼ਲ ਤਾਂ ਖੈਰ ਮੈਂ ਨਹੀਂ ਕਦੀ ਟਰਾਈ ਕੀਤੀ, ਪਰ ਗੀਤ ਮੈਂ ਲਿਖ ਲੈਂਦਾ। ਚਲੋ ਠੀਕ। ਪਰ ਮੈਂ ਆਪਣੇ ਨੂੰ ਫਿਰ ਵੀ ਰਾਈਟਰ ਨਹੀਂ ਕਹਿੰਦਾ ਆਪਣੇ ਆਪ ਨੂੰ, ਕਿਉਂਕਿ ਲਿਖਣ ਵਾਲੇ ਤਾਂ ਪਰੇ ਤੋਂ ਪਰੇ ਬੈਠੇ ਨੇ। ਨਹੀਂ, ਤੁਸੀਂ ਕਹੋ ਚਾਹੇ ਨਾ ਕਹੋ, ਜਦੋਂ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਜਾਂਦਾ ਨਾ, ਤਾਂ ਫਿਰ ਤੁਸੀਂ ਬਣ ਜਾਂਦੇ ਗੀਤਕਾਰ ਜੀ। ਕੀ ਤੁਹਾਡੇ ਕੋਲ ਸੁਣੋ? ਚਲੋ ਜੀ, ਫਿਰ ਇੱਕ ਰੋਮਾਂਟਿਕ ਜਿਹਾ ਸੌਂਗ ਹੈ। ਠੀਕ ਹੈ। ਅਤੇ ਉਹ ਤੁਹਾਡੇ ਲਈ ਮੈਂ ਪੇਸ਼ ਕਰ ਰਿਹਾ। ਪਾਣੀ ਬਿਨਾ ਮੱਛੀ ਜਿਵੇਂ ਸਾਡਾ ਹਾਲ ਹੋ ਗਿਆ, ਇੱਕ ਦਿਨ ਸਾਡੇ ਪਾਦਾ 1 ਸਾਲ ਹੋ ਗਿਆ। ਹਾਂ। ਪਾਣੀ ਬਿਨਾ ਮੱਛੀ ਜਿਵੇਂ ਸਾਡਾ ਹਾਲ ਹੋ ਗਿਆ, ਇੱਕ ਦਿਨ ਸਾਡੇ ਪਾਦਾ 1 ਸਾਲ ਹੋ ਗਿਆ। ਮੰਗਾ ਤੇਰੇ ਤੋਂ ਦੁਆਵਾਂ ਰੱਬ ਸੱਚਿਆ, ਕਿ ਖੈਰ ਹੋਵੇ ਸੱਜਣਾ ਦੀ। ਅਸੀਂ ਕੱਲ੍ਹ ਦਾ ਨਹੀਂ ਸੱਜਣਾ ਨੂੰ ਤੱਕਿਆ, ਕਿ ਖੈਰ ਹੋਵੇ ਸੱਜਣਾ ਦੀ। ਸਾਡੇ ਲਈ ਚੰਦਰਾ ਇੱਕ ਐਸਾ ਦਿਨ ਚੜ੍ਹਿਆ, ਦਿਲ ਜਾਂਦਾ ਫਿਕਰਾਂ ਦੇ ਹੜ੍ਹ ਵਿੱਚ ਹੜਿਆ। ਵਾਹ। ਸਾਡੇ ਲਈ ਚੰਦਰਾ ਇੱਕ ਐਸਾ ਦਿਨ ਚੜ੍ਹਿਆ, ਦਿਲ ਜਾਂਦਾ ਫਿਕਰਾਂ ਦੇ ਹੜ੍ਹ ਵਿੱਚ ਹੜਿਆ। ਪੈਰ ਰਾਤ ਨੇ ਵੀ ਬੂਹੇ ਆਣ ਰੱਖਿਆ, ਕਿ ਖੈਰ ਹੋਵੇ ਸੱਜਣਾ ਦੀ। ਅਸੀਂ ਕੱਲ੍ਹ ਦਾ ਨਹੀਂ ਸੱਜਣਾ ਨੂੰ ਤੱਕਿਆ, ਕਿ ਖੈਰ ਹੋਵੇ ਸੱਜਣਾ ਦੀ। ਕਿੰਨਾ ਰੋਇਆ ਹੋਣਾ ਰਾਂਝਾ ਜੁਦਾ ਹੋ ਕੇ ਹੀਰ ਤੋਂ। ਕਿੰਨਾ ਰੋਇਆ ਹੋਣਾ ਰਾਂਝਾ ਜੁਦਾ ਹੋ ਕੇ ਹੀਰ ਤੋਂ। ਹੋਇਆ ਹੀਰ ਤੋਂ। ਅੱਜ ਅਸੀਂ ਵਾਕਫ ਹੋਏ ਹਾਂ ਉਹਦੀ ਪੀੜ ਤੋਂ। ਅੱਜ ਅਸੀਂ ਵਾਕਫ ਹੋਏ ਹਾਂ ਉਹਦੀ ਪੀੜ ਤੋਂ। ਹੁਣ ਜਾਂਦਾ ਨਾ ਵਿਛੋੜਾ ਹੋਰ ਫੱਕਿਆ, ਕਿ ਖੈਰ ਹੋਵੇ ਸੱਜਣਾ ਦੀ। ਅਸੀਂ ਕੱਲ੍ਹ ਦਾ ਨਹੀਂ ਸੱਜਣਾ ਨੂੰ ਤੱਕਿਆ, ਕਿ ਖੈਰ ਹੋਵੇ ਸੱਜਣਾ ਦੀ। ਬਹੁਤਾ ਮਹਿੰਗਾ ਪਿਆ ਮੁੱਲ ਕਿਸੇ ਤਾਈਂ ਚਾਹੁਣ ਦਾ, ਬਹੁਤਾ ਮਹਿੰਗਾ ਪਿਆ ਮੁੱਲ ਕਿਸੇ ਤਾਈਂ ਚਾਹੁਣ ਦਾ। ਪਲਕਾਂ ਨੂੰ ਭੁੱਲ ਗਿਆ ਚੇਤਾ ਬੰਦ ਹੋਣ ਦਾ। ਬਹੁਤਾ ਮਹਿੰਗਾ ਪਿਆ ਮੁੱਲ ਕਿਸੇ ਤਾਈਂ ਚਾਹੁਣ ਦਾ। ਪਲਕਾਂ ਨੂੰ ਭੁੱਲ ਗਿਆ ਚੇਤਾ ਬੰਦ ਹੋਣ ਦਾ। ਸੋਹੀ ਰਾਹਾਂ ਵੱਲ ਤੱਕ ਥੱਕਿਆ, ਕਿ ਖੈਰ ਹੋਵੇ ਸੱਜਣਾ ਦੀ। ਉਹ ਅਸੀਂ ਕੱਲ੍ਹ ਦਾ ਨਹੀਂ ਸੱਜਣਾ ਨੂੰ ਤੱਕਿਆ, ਕਿ ਖੈਰ ਹੋਵੇ ਸੱਜਣਾ ਦੀ। ਵਾਹ, ਬਹੁਤ ਅੱਛੇ, ਬਹੁਤ ਬਹੁਤ। ਅੱਛਾ, ਜਿਹੜੀ ਗੀਤਕਾਰੀ ਆ, ਹਾਂਜੀ, ਤੁਸੀਂ ਜਿਹੜਾ ਇਹ ਗੀਤ ਤੁਸੀਂ ਹੁਣ ਸੁਣਾਇਆ ਸਾਨੂੰ ਜੀ, ਖੈਰ ਹੋਵੇ ਸੱਜਣਾ ਦੀ। ਹਾਂਜੀ। ਇਹਦੇ ਵਿੱਚ ਵੀ ਥੋੜ੍ਹੀ ਬਹੁਤ ਤਨਹਾਈ ਜੀ ਫੀਲ ਹੁੰਦੀ ਆ, ਉਹ ਜਿੱਦਾਂ ਤੁਸੀਂ ਕਿਹਾ। ਹਾਂਜੀ। ਉਹਦੇ ਵਿੱਚ ਵੀ ਹੁੰਦੀ ਇਹ ਦਰਦ ਮਹਿਸੂਸ ਹੁੰਦਾ। ਹਾਂਜੀ। ਜਦੋਂ ਇਨਸਾਨ ਇਹਦਾ ਕੀ ਉਹਦੀ ਜੋ ਉਹ ਖੁਦ ਮਹਿਸੂਸ ਕਰਦਾ ਹੈ ਜੀ, ਉਹਦੇ ਨਾਲ ਲਿਖਣ ਦਾ ਕੋਈ ਤਾਲੁਕਾਤ ਹੈ? ਬਿਲਕੁਲ ਜੀ ਹੈ, 100% ਹੈ। ਇਹ ਮੇਰੀ ਸੋਚ ਹੈ। ਬਾਕੀ ਹੋਰ ਸ਼ਾਇਦ ਕੁਝ ਹੋਰ ਵੀ ਕਹਿ ਸਕਦੇ ਆ, ਪਰ ਇਹ ਮੇਰੀ ਸੋਚ ਹੈ। ਉਹਨਾਂ ਤਾਲੁਕ ਹੁੰਦਾ 100% ਹੁੰਦਾ ਜੀ। ਠੀਕ ਹੈ। ਅੱਛਾ, ਤੁਸੀਂ ਜਿਹੜਾ ਤੁਸੀਂ ਗੀਤ ਲਿਖਦੇ ਹੋ। ਹਾਂਜੀ। ਕਿਉਂਕਿ ਜਦੋਂ ਕੋਈ ਵੀ ਕੋਈ ਲਿਖਦਾ ਜੀ, ਕਿਉਂਕਿ ਲਿਖਣ ਲਈ ਮੈਂ ਇਹ ਸਮਝਦਾ ਜਾਤੀ ਤੌਰ 'ਤੇ ਕਿ ਵੀ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਜੀ, ਖਾਸ ਤੌਰ 'ਤੇ ਕਵਿਤਾ ਲਿਖਣੀ ਹੋਵੇ ਤਾਂ। ਜੀ।
ਪੜ੍ਹਨਾ ਬਹੁਤ ਜ਼ਰੂਰੀ ਆ। ਤੁਸੀਂ ਪੜ੍ਹੋਗੇ ਤੇ ਜ਼ਰੂਰੀ ਨਹੀਂ ਵੀ ਹਰ ਪੜ੍ਹਿਆ ਲਿਖਦਾ ਹੀ ਹੋਵੇ, ਹਾਂਜੀ ਪਰ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ ਜੀ। ਤੁਹਾਨੂੰ ਕਿਹੜੇ ਸ਼ਾਇਰ ਨੇ ਪ੍ਰਭਾਵਿਤ ਕੀਤਾ ਹੈ ਲਿਖਣ ਵਾਸਤੇ, ਜਾਂ ਕਿਹਨੂੰ ਤੁਸੀਂ ਜ਼ਿਆਦਾ ਜੀ? ਪੜ੍ਹਦੇ ਉਹਨਾਂ ਦੇ ਵਿੱਚੋਂ ਮੇਹਰ ਸਾਹਿਬ ਪਹਿਲੇ ਨੰਬਰ 'ਤੇ ਹੈ ਸ਼ਿਵ ਕੁਮਾਰ ਬਟਾਲਵੀ ਜੀ, ਅਤੇ ਦੂਸਰੇ ਨੰਬਰ 'ਤੇ ਆਉਂਦੇ ਨੇ ਗੀਤਕਾਰ ਆਨੰਦ ਬਖਸ਼ੀ। ਹਾਂਜੀ, ਫਿਲਮਾਂ ਦੇ ਗੀਤਕਾਰ। ਬਹੁਤ ਸੋਹਣਾ ਉਹਨਾਂ ਨੇ ਲਿਖਿਆ ਜੀ। ਸਾਡੇ ਸਮਾਜ ਨੂੰ, ਸਾਡੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਉਹਨਾਂ ਨੇ ਦਿੱਤੇ ਆ। ਸੋ ਇਹਨਾਂ ਦੋਨਾਂ ਦੀ ਸ਼ਾਇਰੀ ਜਿਹੜੀ ਨਾ ਮੇਰੇ ਦਿਲ 'ਤੇ ਬਹੁਤ ਡੂੰਘਾ ਅਸਰ ਕੀਤਾ ਇਹਨਾਂ ਨੇ। ਸੋ ਇਹਨਾਂ ਤੋਂ ਮੈਂ ਜ਼ਿਆਦਾ ਪ੍ਰਭਾਵਿਤ ਹੋਇਆ। ਠੀਕ ਹੈ। ਅੱਛਾ, ਜਦੋਂ ਤੁਸੀਂ ਗੀਤ ਲਿਖਦੇ ਆ ਜੀ, ਗੀਤ ਦਾ ਜਿਹੜਾ ਜਨਮ ਉਹ ਕਿੱਦਾਂ ਹੁੰਦਾ? ਕਿੱਦਾਂ ਤੁਸੀਂ ਮਹਿਸੂਸ ਕਰਦੇ ਵੀ ਮੈਨੂੰ ਆਹ ਲਿਖਣਾ ਚਾਹੀਦਾ? ਕੀ ਤੁਸੀਂ ਉਹਦੀ ਸਥਾਈ ਪਹਿਲਾਂ ਤੁਹਾਡੇ ਮਨ 'ਚ ਆ ਜਾਂਦੀ ਹੈ, ਜਾਂ ਕੋਈ ਸੀਨ ਤੁਹਾਡੇ ਮੂਹਰੇ ਪਹਿਲਾਂ ਆ ਜਾਂਦਾ, ਜਾਂ ਤੁਸੀਂ ਵੈਸੇ ਕਹਿੰਦੇ ਤਾਂ ਲਿਖਣਾ ਹੀ ਆ, ਇਹ ਤੋਂ ਲਿਖੋ ਬਾਅਦ 'ਚ ਗੀਤ ਬਣ ਜਾਂਦਾ ਜੀ? ਕਿੱਦਾਂ ਤੁਸੀਂ ਤਿਆਰ ਕਰਦੇ ਗੀਤ? ਜੇ ਮੇਰਾ ਤਾਂ ਇਹ ਸਭ ਇੱਦਾਂ ਹਿਸਾਬ ਹੈ ਕਿ ਜਿੱਦਾਂ ਹੁਣ ਮੈਨੂੰ ਕੋਈ ਸਥਾਈ ਚਿੱਤੇ ਆ ਗਈ ਜੀ, ਮੈਨੂੰ ਲੱਗੀ ਵੀ ਸਥਾਈ ਸੋਹਣੀ ਆ, ਬੋਲ ਸੋਹਣੇ ਆ, ਇੱਥੇ ਗੀਤ ਬਣਾਈਏ, ਠੀਕ ਹੈ, ਉਹ ਵੀ ਮੈਂ ਗੀਤ ਬਣਾ ਲੈਂਦਾ। ਅਗਰ ਕੋਈ ਵਿੱਚ ਇੱਕ ਅੱਧੀ ਕੋਈ ਲਾਈਨ ਅੰਤਰੇ ਵਾਲੀ ਚਿੱਤੇ ਆ ਗਈ, ਉਹ ਅੰਤਰਾ ਲਿਆ ਕੇ ਫਿਰ ਮੈਂ ਉਹਦਾ ਗੀਤ ਬਣਾ ਲੈਂਦਾ। ਠੀਕ। ਪਹਿਲਾਂ ਅੰਤਰਾ ਕਈ ਵਾਰ ਲਿਖ ਲੈਂਦਾ ਹੁੰਦਾ, ਫਿਰ ਸਥਾਈ ਬਾਅਦ 'ਚ ਲਿਖਦਾ ਹੁੰਦਾ। ਅਤੇ ਕਈ ਵਾਰੀ ਫਿਰ ਕੋਈ ਮਾਹੌਲ ਆਪਾਂ ਦੇਖ ਲੈਂਦੇ ਹਾਂ, ਮਾਹੌਲ ਦੇਖ ਲੈਂਦੇ ਤਾਂ ਵਿੱਚ ਉਹਦੇ ਵਿੱਚ ਵੀ ਫਿਰ ਮਾਹੌਲ ਦੇ ਵਿੱਚੋਂ ਕਾਫੀ ਚੀਜ਼ਾਂ ਮਹਿਸੂਸ ਹੁੰਦੀਆਂ, ਕਾਫੀ ਚੀਜ਼ਾਂ ਨਿਕਲ ਆਉਂਦੀਆਂ ਅਤੇ ਉਹ ਦਿਲੋਂ ਦਿਮਾਗ 'ਤੇ ਛਾ ਜਾਂਦੀਆਂ। ਉਹਨਾਂ ਨੂੰ ਫਿਰ ਕਾਪੀ 'ਤੇ ਉਤਾਰ ਕੇ ਮੈਂ ਗੀਤ ਬਣਾ ਲੈਂਦਾ। ਅੱਛਾ, ਤੁਸੀਂ ਆਪਣੇ ਮਨਪਸੰਦ ਸ਼ਾਇਰਾਂ ਦਾ ਜ਼ਿਕਰ ਕੀਤਾ ਜੀ। ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਗੀਤ ਬਹੁਤ ਘੱਟ ਲਿਖੇ। ਹਾਂਜੀ। ਉਹਦੀਆਂ ਗਜ਼ਲਾਂ ਅਤੇ ਕਵਿਤਾਵਾਂ ਜ਼ਿਆਦੀਆਂ ਜੀ, ਜਾਂ ਖਿਆਲ ਬਹੁਤ। ਹਾਂਜੀ। ਆਨੰਦ ਬਖਸ਼ੀ ਸਾਹਿਬ ਉਹ ਫਿਲਮ ਇੰਡਸਟਰੀ ਦੇ ਨਾਮਵਰ ਸ਼ਾਇਰ ਹੋਏ ਆ। ਉਹਨਾਂ ਨੇ ਵੀ ਪੰਜਾਬੀ ਨੂੰ ਨਹੀਂ ਲਿਖਿਆ, ਪਰ ਤੁਸੀਂ ਪੰਜਾਬੀ ਦੇ ਗੀਤਕਾਰੀ ਵਿੱਚ ਜਿਹੜੇ ਨਾਂ ਪਾਪੂਲਰ ਆ, ਜਿੱਦਾਂ ਗੁਰਦੇਵ ਸਿੰਘ ਮਾਨ ਹੋ ਗਿਆ ਜੀ, ਬਿਲਕੁਲ, ਜਾਂ ਸੁਰਜੀਤ ਪਾਤਰ ਜੀ। ਹਾਂ, ਸੁਰਜੀਤ ਪਾਤਰ ਵੀ ਗਜ਼ਲਾਂ ਜ਼ਿਆਦਾ ਲਿਖਦੇ, ਜਾਂ ਆਪਣੇ ਦੇਵ ਤਰੀਕੇ ਵਾਲੇ। ਹਾਂ, ਦੇਵ ਤਰੀਕੇ ਵਾਲਾ ਹੋ ਗਿਆ, ਜਾਂ ਅੱਜ ਕੱਲ੍ਹ ਦੀਪਕ ਆਪਣੇ ਸੰਜੀਵ ਦਿੱਲੀ ਵਾਲਾ। ਹਾਂਜੀ, ਸੰਜੀਵ ਆਨੰਦ। ਹੋਰ ਜਿਹੜੇ ਲੇਟੈਸਟ ਕਾਫੀ ਵਧੀਆ ਰਾਈਟਰ ਹੈਗੇ ਆ, ਦੇਵੀ ਮਖਸੂਸਪੁਰੀ। ਬਿਲਕੁਲ ਬਿਲਕੁਲ। ਅਤੇ ਉਹਨਾਂ ਦੀ ਕਲਮ ਵਿੱਚ ਬਹੁਤ ਵੱਡੀ ਜਾਨ, ਬਹੁਤ ਵੱਡੀ ਪਾਵਰ ਆ। ਹਾਂਜੀ ਹਾਂਜੀ। ਅਤੇ ਹੁਣ ਤੱਕ ਤੁਸੀਂ 92 ਤੋਂ ਲੈ ਕੇ ਸ਼ੁਰੂ ਕੀਤੀ ਗੱਲ। ਹਾਂਜੀ। 92 ਤੋਂ ਲੈ ਕੇ ਹੁਣ ਤੱਕ ਤੈਨੂੰ ਕਿੰਨੇ ਹੋ ਗਏ? 30 ਸਾਲ ਹੋ ਚੱਲੇ। ਹਾਂਜੀ ਜੀ, ਤਕਰੀਬਨ ਜੀ, ਬਿਲਕੁਲ। ਤੁਸੀਂ ਹੁਣ ਤੱਕ ਕਿੰਨੇ ਕੁ ਗੀਤ ਲਿਖੇ ਹੋਣਗੇ? ਮੇਹਰ ਸਾਹਿਬ, ਮੈਂ ਤੁਹਾਨੂੰ ਸਹੀ ਦੱਸਾਂ, ਮੈਂ ਗਿਣਤੀ ਤਾਂ ਨਹੀਂ ਕੀਤੀ, ਪਰ ਫਾਈਲ ਮੇਰੇ ਕੋਲ ਪਈ ਆ ਜੀ। ਫਾਈਲ ਤੋਂ ਵੱਖਰੀਆਂ ਵੀ 2-3 ਕਾਪੀਆਂ ਪਈਆਂ ਨੇ। ਮੇਰਾ ਖਿਆਲ ਆ ਵੀ ਤਕਰੀਬਨ 150 ਤੋਂ ਲੈ ਕੇ 200 ਦੇ ਵਿੱਚ ਗੀਤ ਲਿਖੇ ਹੋਣਗੇ, ਲਿਖਿਆ ਹੈ ਮੇਰੇ ਕੋਲ। ਅਤੇ ਜਿਹੜੇ ਤਕਰੀਬਨ 50 ਗੀਤ ਚਾਲੂ ਕੀਤੇ ਪਏ ਆ, ਜਿਹੜੇ ਪੂਰੇ ਕਰਨ ਵਾਲੇ ਆ। ਠੀਕ ਹੈ। ਕਈ ਵਾਰੀ ਮਾਹੌਲ ਨਹੀਂ ਉੱਦਾਂ ਦਾ ਬਣਦਾ, ਹੈ ਨਾ, ਦਿਮਾਗ 'ਚ ਗੱਲ ਨਹੀਂ ਉੜਦੀ ਦਿਮਾਗ 'ਚ। ਹਾਂ, ਅਤੇ ਉਹ ਉੱਦਾਂ ਦੇ ਗੀਤ ਵੀ ਮੇਰੇ ਕੋਲ 50 ਦਾ ਪਏ ਹੋਣੇ ਆ। ਠੀਕ। ਹਾਂਜੀ ਹਾਂਜੀ। ਅੱਛਾ, ਹੁਣ ਤੱਕ ਜਿਹੜੇ ਰਿਕਾਰਡ ਤੁਹਾਡੇ ਗੀਤ ਹੈ ਉਹ ਕਿੰਨੇ ਕੁ ਹੋਏ? ਜਿਹੜੇ ਰਿਕਾਰਡ ਮੇਰੇ ਹਿਸਾਬ ਹੋ ਚੁੱਕੇ ਆ, ਉਹ ਤਾਂ ਜਿਹੜਾ ਤੁਸੀਂ ਹੁਣੇ ਗੀਤ ਸੁਣਿਆ ਇੱਕ ਦਰਸ਼ਕਾਂ ਨੇ ਦੇਖਿਆ, ਸੁਣਿਆ, ਇਹ ਲੇਟੈਸਟ ਨਵਾਂ ਪਹਿਲੀ ਨੂੰ ਰਿਲੀਜ਼ ਕੀਤਾ। ਠੀਕ ਹੈ। ਅਤੇ ਇਸ ਮੁੰਡੇ ਨੇ ਮੇਰੇ ਤਕਰੀਬਨ 6-7 ਗੀਤ ਤਾਂ ਇਹਨੇ ਰਿਕਾਰਡ ਕੀਤੇ ਆ। ਅਤੇ ਉਸ ਤੋਂ ਬਾਅਦ ਸਾਡੇ ਇਸ ਮੁੰਡੇ ਦਾ ਨਾਂ ਕੁਮਾਰ ਲਾਗੂ ਹੈ। ਠੀਕ ਹੈ। ਇਹ ਬਹੁਤ ਸਿੱਖਿਆ ਮੁੰਡਾ, ਤੁਸੀਂ ਦੇਖ ਹੀ ਲਿਆ। ਅਤੇ ਉਸ ਤੋਂ ਬਾਅਦ ਇੱਥੇ ਮੇਰੇ ਵੁਲਵਰਹੈਂਪਟਨ ਦੇ ਵਿੱਚ 2 ਸਿੰਗਰ ਨੇ, ਉਹਨਾਂ ਦਾ ਨਾਂ ਲੈਣਾ ਬਣਦਾ ਮੇਰੇ ਲਈ, ਕੁਲਦੀਪ ਘੁੰਮਣ ਜੀ ਅਤੇ ਸੰਜੇ ਧਾਲੀਵਾਲ। ਠੀਕ ਹੈ। ਇਹ 2 ਸਿੰਗਰ ਆ, ਇਹਨਾਂ ਨੇ ਵੀ ਮੇਰੇ ਤਕਰੀਬਨ 6-7 ਇੱਕ ਨੇ ਕੀਤੇ ਔਰ 6-7 ਇੱਕ ਨੇ ਕੀਤੇ ਆ। ਠੀਕ ਹੈ। ਹਾਂਜੀ, ਇੰਨੇ ਗੀਤ ਮੇਰੇ ਰਿਕਾਰਡ ਹੋ ਚੁੱਕੇ ਆ। ਠੀਕ ਹੈ। ਘੁੰਮਣ ਸਾਹਿਬ ਨਾਲ ਮੇਰੀ ਮੁਲਾਕਾਤ ਹੋ ਚੁੱਕੀ ਹੈ, ਉਹ ਸਟੂਡੀਓ ਵੀ ਆ ਚੁੱਕੇ ਹੈ। ਹਾਂਜੀ। ਅਤੇ ਦੂਸਰਿਆਂ ਨਾਲ ਮੇਰੀ ਤਾਰੀਫ ਉਹਨਾਂ ਨਾਲ ਮੇਰੀ ਹਲੇ ਨਹੀਂ ਹੋਈ। ਹਾਂਜੀ, ਜ਼ਰੂਰ ਤੁਹਾਡੇ ਜ਼ਰੀਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ। ਜ਼ਰੂਰ। ਅੱਛਾ, ਜਿਹੜੀ ਇੰਗਲੈਂਡ ਦੀ ਜ਼ਿੰਦਗੀ ਆ ਜੀ, ਇਹ ਆਪਣੇ ਆਪ 'ਚ ਬਹੁਤ ਮਸਰੂਫ ਆ। ਹਾਂਜੀ। ਭਾਰਤ ਨਾਲੋਂ ਇੱਥੇ ਜ਼ਿੰਦਗੀ ਜਿਹੜੀ ਹੈਗੀ ਆ
ਉਹ ਜ਼ਿਆਦਾ ਚੱਲ ਸੋ ਚੱਲਦਾ। ਬਿਲਕੁਲ ਜੀ। ਇੰਨੀ ਚੱਲ ਸੋ ਚੱਲਦੀ ਜ਼ਿੰਦਗੀ 'ਚੋਂ ਗੀਤ ਲਿਖਣ ਲਈ ਵਕਤ ਕੱਢਣਾ ਹਾਂਜੀ ਕਿੰਝ ਕੱਢਦੇ ਹੋ ਟਾਈਮ? ਇਹ 'ਚ ਮਹੇਸ਼ ਸਾਹਿਬ ਜਿਹੜਾ ਮੇਰਾ ਹਿਸਾਬ ਇੱਦਾਂ ਆ ਕਿ ਜਦੋਂ ਹੁਣ ਮੈਨੂੰ ਕੋਈ ਗੱਲ ਚੇਤੇ ਆ ਗਈ ਨਾ ਜੀ। ਫਿਰ ਮੈਂ ਸੌਣਾ ਨਹੀਂ। ਠੀਕ ਆ। ਅੱਛਾ, ਨੀਂਦ ਕੱਟ ਕਰਕੇ ਗੀਤ ਲਿਖਦੇ ਆ? ਹਾਂ, ਕੋਈ ਸਥਾਈ ਚੇਤੇ ਆ ਗਈ ਨਾ ਬਸ ਕੁੰਡੀ ਅੜ ਗਈ। ਉਹ ਫਿਰ ਜਦ ਤੱਕ ਮੈਂ ਨਹੀਂ ਪੂਰਾ ਕਰ ਲੈਂਦਾ ਨਾ ਗੀਤ ਫਿਰ ਨੀਂਦ ਮੈਨੂੰ ਨੀਂਦ ਹੀ ਨਹੀਂ ਆਉਂਦੀ। ਨੀਂਦ ਨਹੀਂ ਆਉਂਦੀ। ਠੀਕ। ਦੂਏ ਦਿਨ ਕੰਮ ਮੇਰੇ ਤੋਂ ਹੋਵੇ ਕੰਮ ਤੇ ਚਾਹੇ ਨਾ ਹੋਵੇ, ਪਰ ਨਹੀਂ, ਇਹ ਅੰਦਰੋਂ ਇੱਦਾਂ ਮੈਨੂੰ ਹੁੰਦਾ। ਠੀਕ ਹੈ, ਠੀਕ। ਹਾਂਜੀ। ਅੱਛਾ, ਆਪਾਂ ਅਗਲੀ ਕਵਿਤਾ ਵੱਲ ਜਾਣ ਤੋਂ ਪਹਿਲਾਂ ਹਾਂਜੀ ਮੈਂ ਇਹ ਜਾਣਨਾ ਚਾਹੁੰਦਾ ਕਿ ਜਿਹੜੀ ਗੀਤਕਾਰੀ ਆ ਜੀ, ਆਮ ਲੋਕਾਂ ਦੀ ਜ਼ਿੰਦਗੀ 'ਚ ਇਹ ਦੇਖਿਆ ਕਿ ਗੀਤਕਾਰ ਜਿਹੜਾ ਗੀਤਕਾਰ ਆ ਉਹਨੂੰ ਇਹਦੇ ਵਿੱਚੋਂ ਕੋਈ ਇਨਕਮ ਨਹੀਂ ਮਿਲਦੀ ਲਿਖਣ ਵਿੱਚੋਂ, ਨਹੀਂ ਮਿਲਦੀ। ਹਾਂਜੀ। ਕਿਉਂਕਿ ਗੀਤ ਤੁਹਾਡੇ ਜਿਹੜੇ ਗਾਉਣ ਵਾਲੇ ਆ ਉਹਨਾਂ ਕੋਲ ਮੈਟਰ ਹੋ ਜਾਂਦਾ। ਹਾਂ ਤੇ ਪਰ ਤੁਹਾਨੂੰ ਤੁਸੀਂ ਉੱਥੇ ਦੇ ਉੱਥੇ ਹੀ ਆ ਬਿਲਕੁਲ ਇੱਦਾਂ ਹੀ। ਮਾਲੀ ਤੌਰ ਤੇ ਜੀ। ਤੁਸੀਂ ਕਿੱਦਾਂ ਮਹਿਸੂਸ ਕਰਦੇ ਇਸ ਗੱਲ? ਤੁਹਾਡੀ ਗੱਲ ਬਿਲਕੁਲ 100% ਸਹੀ ਆ, ਕਿਉਂਕਿ ਜਿਹੜੇ ਹੁਣ ਐਸਟੈਬਲਿਸ਼ ਗੀਤਕਾਰ ਆ ਨਾ ਜੀ, ਉਹ ਤਾਂ ਪੈਸੇ ਲੈਂਦੇ ਬਹੁਤ ਜ਼ਿਆਦਾ। ਹੁਣ ਜੇ ਸਾਡੇ ਵਰਗਾ ਕੋਈ ਹੈ, ਕੋਈ ਮਾੜਾ ਬੰਦਾ ਵਿਚਾਰਾ, ਜੇ ਕੋਈ ਗੱਲ ਸੋਹਣੀ ਲਿਖ ਵੀ ਲੈਂਦਾ ਨਾ, ਉਲਟਾ ਉਹਦੇ ਕੋਲ ਪੈਸੇ ਮੰਗੇ ਜਾਂਦੇ ਵੀ ਤੂੰ ਕਿੰਨੇ ਦੇਵੇਂਗਾ, ਜਦ ਕਿ ਕਮਾਈ ਸਿੰਗਰ ਨੇ ਕਰਨੀ ਹੁੰਦੀ ਹੈ। ਪ੍ਰੋਗਰਾਮ ਉਹਦੇ ਲੱਗਣੇ, ਸਾਡੇ ਤਾਂ ਲੱਗਣੇ ਨਹੀਂ। ਟੇਪ ਉਹਦੀ ਵਿਕਣੀ ਆ। ਹਾਂਜੀ ਹਾਂਜੀ ਹਾਂਜੀ। ਅਤੇ ਇਹ ਅੱਜ ਕੱਲ੍ਹ ਆਮ ਹੀ ਰਿਵਾਜ ਆ, ਪਰ ਮੇਰੇ ਹਿਸਾਬ ਨਾਲ ਇਹ ਚੀਜ਼ ਬਹੁਤ ਗਲਤ ਆ। ਅਸੀਂ ਜੇ ਲਿਖਦੇ ਹਾਂ, ਮਿਹਨਤ ਕਰਦੇ ਹਾਂ, ਸਾਨੂੰ ਮਿਹਨਤ ਨਾਲ ਜ਼ਰੂਰ ਕੁਛ ਨਾ ਕੁਛ ਮਿਲਣਾ ਚਾਹੀਦਾ। ਮੇਰੇ ਨਾਲ ਇਹ ਹੋਈ ਸੀ ਕੱਲ੍ਹ, ਮੈਂ ਜਦੋਂ ਮੈਂ ਕੁਛ ਗੀਤ ਲੈ ਕੇ ਛਪਾ ਕੇ ਉੱਥੇ ਇੰਡੀਆ 'ਚ ਡਿਸਟਰੀਬਿਊਟ ਕੀਤੇ ਤਾਂ ਮੈਂ ਇੱਥੇ ਆ ਕੇ ਤਾਂ ਮੈਨੂੰ ਟੈਲੀਫੋਨ ਇੱਕ ਸਿੰਗਰ ਦਾ ਆਇਆ। ਸਿੰਗਰ ਦਾ ਨਾਂ ਕਾਫੀ ਐਸਟੈਬਲਿਸ਼ਡ ਆ, ਅੱਜ ਵੀ ਦਾ ਨਾਂ ਕਾਫੀ ਆ। ਮੈਨੂੰ ਉਹਨੇ ਫੋਨ ਕੀਤਾ, ਕਹਿੰਦਾ ਜੀ ਮਹੇਸ਼ ਸਾਹਿਬ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਮੈਂ ਕਰੋ ਜੀ। ਕਹਿੰਦੇ ਜੀ ਆਹ ਗੀਤ ਮੈਂ ਤਿਆਰ ਕੀਤਾ, ਤੁਸੀਂ ਸੁਣੋ ਤਾਂ। ਮੈਂ ਕਿਹਾ ਸੁਣਾਓ ਜੀ। ਉਹ ਹਾਰਮੋਨੀਅਮ 'ਤੇ ਬੈਠਾ ਸੀ, ਉਹਨੇ ਸੁਣਾਇਆ ਮੈਨੂੰ। ਮੈਂ ਕਿਹਾ ਜੀ ਠੀਕ ਆ। ਅਤੇ ਕਹਿੰਦਾ ਜੀ ਫਿਰ ਇਹਨੂੰ ਆਪਾਂ ਕਿੱਦਾਂ ਕਰੀਏ, ਮੈਂ ਰਿਕਾਰਡ ਕਰਨੀ ਚਾਹੁੰਦਾ। ਮੈਂ ਕਿਹਾ ਜੀ ਕਰੋ ਕਰੋ ਕਰੋ। ਹਾਂਜੀ। ਫਿਰ ਕਹਿੰਦੇ ਵੀ ਤੁਸੀਂ ਕੀ ਕਰੋਗੇ? ਮੈਂ ਕਿਹਾ ਜੀ ਮੈਂ ਕੀ ਕਰਨਾ, ਵੀ ਤੁਹਾਨੂੰ ਅਗਰ ਮੇਰੀ ਪਰਮਿਸ਼ਨ ਚਾਹੀਦੀ ਲਿਖਤੀ ਤੌਰ 'ਤੇ ਮੈਂ ਤੁਹਾਨੂੰ ਕੱਲ੍ਹ ਦਿੰਦਾ। ਹਾਂਜੀ। ਅਤੇ ਮੈਂ ਕਿਹਾ ਵੀ ਜੇ ਤੁਸੀਂ ਇਹਦੇ ਵਿੱਚ ਕੋਈ ਤਬਦੀਲੀ ਕਰਨੀ ਮੈਨੂੰ ਦੱਸ ਦਿਓ, ਮੈਂ ਉਹ ਕਰ ਦਿੰਦਾ। ਪਰ ਇਹਦੀ ਜਿਹੜੀ ਤਰਜਾ ਥੋੜ੍ਹੀ ਇੱਦਾਂ ਕਰ ਲਓ, ਚੰਗੇ ਰਹੋਗੇ ਤੁਸੀਂ, ਤਾਂ ਕਿ ਜਿਹੜਾ ਸੁਣਨ ਵਾਲਾ ਉਹ ਵੀ ਕਹੂਗਾ ਵੀ ਤੁਸੀਂ ਕਿਸੇ ਬੰਨੇ ਲਾਇਆ। ਕਹਿੰਦਾ ਜੀ ਠੀਕ ਆ, ਉਹ ਮੈਂ ਕਰ ਲੂੰਗਾ। ਚਲੋ ਉਹਨੂੰ ਉਹ 4-5 ਵਾਰੀ ਪੁੱਛਿਆ ਬਈ ਮਹੇਸ਼ ਸਾਹਿਬ ਇਹ ਗੀਤ ਅਸੀਂ ਰਿਕਾਰਡ ਕਰ ਰਹੇ ਹਾਂ ਫਲਾਣੀ ਡੇਟ ਨੂੰ ਵਗੈਰਾ ਵਗੈਰਾ, ਬਈ ਤੁਸੀਂ ਦੱਸ ਤੁਸੀਂ ਕਰਨਾ। ਜੋ ਮੈਂ ਕਿਹਾ ਤੂੰ 4 ਵਾਰੀ ਸੀ ਕੁਛ ਸੇਮ ਗੱਲ ਪੁੱਛੀ ਆ ਬਈ ਮੈਨੂੰ ਥੋੜ੍ਹਾ ਜਿਹਾ ਮੇਰੀ ਪੰਜਾਬੀ ਥੋੜ੍ਹੀ ਜਿਹੀ ਮਾੜੀ ਆ, ਤੂੰ ਸਿੱਧੀ ਗੱਲ ਕਰ, ਸਿੱਧਾ ਪੁਆਇੰਟ 'ਤੇ ਆ ਜਾ, ਸਿੱਧਾ ਪੁਆਇੰਟ 'ਤੇ ਆ ਜਾ। ਕਹਿੰਦਾ ਜੀ ਇਹਦੀ ਵੀਡੀਓ ਬਣਾਉਣ ਨੂੰ ਇੰਨੇ ਪੈਸੇ ਲੱਗਣੇ ਆ, ਰਿਕਾਰਡ ਦੇਣੇ ਲੱਗਣੇ ਆ। ਮੈਂ ਕਿਹਾ ਵੀ ਮੈਨੂੰ ਹੁਣ ਪਤਾ ਲੱਗਾ ਵੀ ਨੂਰਪੁਰੀ ਖੂਹ ਸ਼ਾਹ ਵਾਲੇ ਕਿਉਂ ਮਰਿਆ ਸੀ। ਬਿਲਕੁਲ ਸਹੀ ਗੱਲ ਆ। ਉਸ ਬੰਦੇ ਨੇ ਫੋਨ ਰੱਖਤਾ ਤੇ ਬਾਅਦ 'ਚ ਅੱਜ ਮੈਨੂੰ ਕੋਈ ਫੋਨ ਕਰਦਾ। ਇਹ ਹੁੰਦੀ ਆ। ਅੱਛਾ, ਹੁਣ ਆਪ ਤੁਹਾਡੇ ਕੋਲ ਇੱਕ ਗੀਤ ਵੀ ਸੁਣ ਲਈ। ਅੱਛਾ ਮਹੇਸ਼ ਸਾਹਿਬ, ਇਹ ਜਿਹੜਾ ਗੀਤ ਮੈਂ ਹੁਣ ਪੇਸ਼ ਕਰਨਾ ਨਾ ਤੁਹਾਡੇ ਸਾਹਮਣੇ ਜੀ, ਇਹ ਬੜਾ ਇੱਕ ਦਿਲਚਸਪ ਕਿੱਸਾ ਇਹਦੇ ਵਿੱਚ। ਇਸ ਗੀਤ ਤੋਂ ਮੈਨੂੰ ਹੌਸਲਾ ਬਹੁਤ ਮਿਲਿਆ ਹੋਰ ਲਿਖਣ ਦਾ। ਠੀਕ ਹੈ। ਇਹ ਹੈ ਜੀ ਗੀਤ ਮਦਨ ਲਾਲ ਢੀਂਗਰਾ ਦੇ ਉੱਤੇ, ਸ਼ਹੀਦ ਮਦਨ ਲਾਲ ਢੀਂਗਰਾ ਦੇ ਉੱਤੇ ਆ ਜੀ। ਉਹਨਾਂ ਨੂੰ 1909 ਦੇ ਵਿੱਚ ਇੱਥੇ ਫਾਂਸੀ ਹੋਈ ਸੀ ਇੰਗਲੈਂਡ 'ਚ। ਠੀਕ ਹੈ। ਇਹ ਗੱਲ ਹੈ ਜੀ 2009 ਦੀ। ਮੈਨੂੰ ਆਏ ਨੂੰ 3 ਸਾਲ ਹੋਏ ਸੀ ਇੱਥੇ ਆਏ ਨੂੰ। ਠੀਕ। ਜਦੋਂ ਹੀ ਲਿਖਿਆ। ਅਤੇ ਮੈਨੂੰ ਕਵੈਂਟਰੀ ਤੋਂ ਮੈਸੇਜ ਆਇਆ ਵੀ ਤੁਸੀਂ ਗੀਤ, ਉਹ ਸਾਨੂੰ ਬਰਮਿੰਘਮ ਦੇ ਗਏ ਸੀਗੇ ਪਰਚੇ, ਤੁਸੀਂ ਗੀਤ ਲਿਖੋ ਢੀਂਗਰਾ ਸਾਹਿਬ 'ਤੇ ਸਾਨੂੰ ਕੰਟੈਕਟ ਕਰੋ। ਅੱਛਾ ਜੀ, ਮੈਂ ਮਹੇਸ਼ ਸਾਹਿਬ ਇੱਕ ਗੀਤ ਲਿਖਿਆ ਅਤੇ ਮੈਂ ਭੇਜ ਦਿੱਤਾ। ਓਕੇ। ਹੈ ਨਾ। ਅਤੇ ਉਹਨਾਂ ਨੂੰ ਪਸੰਦ ਆ ਗਿਆ, ਕਹਿੰਦੇ ਵੀ ਇੱਕ ਗੀਤ ਹੋਰ ਭੇਜੋ। ਮੈਨੂੰ ਬੜਾ ਹੌਸਲਾ ਮਿਲਿਆ। ਠੀਕ ਹੈ। ਅਤੇ ਮੈਂ ਫਿਰ ਮਹੇਸ਼ ਸਾਹਿਬ ਇੱਕ ਗੀਤ ਹੋਰ ਲਿਖਿਆ, ਭੇਜਤਾ। ਉਹਨਾਂ ਨੂੰ ਵੀ ਪਸੰਦ ਆ ਗਿਆ, ਕਹਿੰਦੇ ਕੋਈ ਹੋਰ ਲਿਖੋ।
ਸਾਡੇ ਖਰਲਵੀਰ ਆ ਕਵੰਟਰੀ ਤੋਂ, ਤੁਸੀਂ ਜਾਣਦੇ ਹੋ ਸ਼ਾਇਦ ਉਹਨਾਂ ਨੂੰ। ਕੀ ਨਾਮ? ਅੱਛਾ ਸਿੰਘ ਵਿਰਦੀ ਖਰਲਵੀਰ। ਅੱਛਾ, ਨਹੀਂ ਮੈਂ ਨਹੀਂ ਜਾਣਦਾ। ਚਲੋ ਅੱਛਾ ਕੋਈ ਨਹੀਂ। ਅੱਛਾ, ਇੱਕ ਉੱਥੇ ਸੀ ਮੁੰਡਾ ਬਿੱਲਾ ਆਟੇ ਵਾਲਾ, ਅਤੇ ਉਹ ਦੋਨਾਂ ਨੇ ਬੁੱਕ ਇਹ ਛਾਪਣੀ ਸੀਗੀ ਠੀਕ ਹੈ। ਰਲ ਕੇ। ਲੋ ਜੀ, ਮੈਂ 3 ਗੀਤ ਭੇਜਤੇ, ਚੌਥੀ ਵਾਰੀ ਫੋਨ ਫੇਰ ਆ ਗਿਆ, ਇੱਕ ਹੋਰ ਲਿਖੋ। ਇੱਕ ਰਿਕੁਐਸਟ ਹੈ ਇੱਕ ਹੋਰ ਲਿਖ ਦਿਓ। ਮੈਂ ਫਿਰ ਮਹੇਸ਼ ਸਾਹਿਬ ਇੱਕ ਹੋਰ ਗੀਤ ਲਿਖਿਆ। ਉਸ ਬੁੱਕ ਤੁਸੀਂ ਕਿਤੇ ਤੁਹਾਨੂੰ ਸ਼ਾਇਦ ਮਿਲ ਜਾਵੇ ਕਿਤੇ, ਉਹ ਸ਼ਹੀਦ ਮਦਨ ਲਾਲ ਢੀਂਗਰਾ ਬੁੱਕ ਦਾ ਨਾਮ ਹੈ, ਕਵੈਂਟਰੀ ਰਿਲੀਜ਼ ਹੋਈ ਸੀ ਉਹ 'ਚ ਮੇਰੇ 4 ਗੀਤ ਆ। 4 ਸ਼ਾਇਦ ਹੀ ਕਿਸੇ ਦੇ ਹੋਣ ਉਹਦੇ ਵਿੱਚ, ਪਰ ਮੇਰੇ ਤੁਹਾਡੇ 4 ਆ। ਮੇਰੇ ਲਈ ਬਹੁਤ ਵੱਡੀ ਗੱਲ ਸੀ। ਸਹੀ, ਠੀਕ ਅਤੇ ਹੈ। ਮੈਨੂੰ ਹੌਸਲਾ ਇੰਨਾ ਮਿਲਿਆ ਨਾ, ਅਤੇ ਫਿਰ ਮੈਂ ਕਾਫੀ ਮਤਲਬ ਉਸ ਤੋਂ ਬਾਅਦ ਵੀ ਲਿਖਿਆ। ਠੀਕ ਹੈ, ਹਾਂਜੀ, ਉਹ ਗੀਤ ਫਿਰ ਤੁਹਾਡੀ ਨਜ਼ਰ ਅੰਦਰ ਕਰਦਾ ਮੈਂ, ਜ਼ਰੂਰ ਜੀ। ਜਿਹੜਾ ਉਹਨਾਂ ਨੂੰ ਪਹਿਲਾਂ ਭੇਜਿਆ ਸੀ ਮੈਂ। ਪਹਿਲਾਂ ਫਿਰ ਮਦਨ ਲਾਲ ਢੀਂਗਰਾ ਸਾਹਿਬ ਨੂੰ ਮੈਂ ਪੜ੍ਹਿਆ, ਜਿਹੜਾ ਉਹ ਪਰਚਾ ਦੇ ਗਏ ਸੀਗੇ, ਅਤੇ ਪਹਿਲਾਂ ਉਹਨਾਂ ਦੀ ਹਿਸਟਰੀ ਪੜ੍ਹ ਲਓ, ਫਿਰ ਮੈਂ ਗੀਤ ਤਿਆਰ ਕੀਤਾ ਜੀ। ਅੱਗ ਆਜ਼ਾਦੀ ਦੀ ਮਚਾ ਕੇ ਜੀ। ਤੁਰ ਗਿਆ ਇੱਕ ਇਤਿਹਾਸ ਰਚਾ ਕੇ। ਅੱਗ ਆਜ਼ਾਦੀ ਦੀ ਮਚਾ ਕੇ ਤੁਰ ਗਿਆ ਇੱਕ ਇਤਿਹਾਸ ਰਚਾ ਕੇ, ਭਾਰਤ ਮਾਂ ਦੀ ਧੀ ਨੇ ਜਣਿਆ ਮਦਨ ਲਾਲ ਢੀਂਗਰਾ, ਗੁੜਤੀ ਯੋਧਾ ਦੇ ਲਈ ਬਣਿਆ ਮਦਨ ਲਾਲ ਢੀਂਗਰਾ। ਵਾਹ। ਜਿਹੜੀ ਬਦਲੀ ਗੜਗੜ ਕਰਦੀ, ਜਿਹੜੀ ਬਦਲੀ ਗੜਗੜ ਕਰਦੀ, ਗਿਆਨ ਸਿਆਣੇ ਉਹਨਾਂ ਵਰਦੀ। ਠੀਕ ਹੈ। ਬਹੁਤ ਡਰਾਇਆ ਜਣਿਆ ਖਣਿਆ ਹਾਂ ਮਦਨ ਲਾਲ ਢੀਂਗਰਾ, ਹਾਂ। ਗੁਰਤੀ ਯੋਧਾ ਦੇ ਲਈ ਬਣਿਆ ਮਦਨ ਲਾਲ ਢੀਂਗਰਾ। ਜ਼ਿੰਦਗੀ ਕਹੇ ਮੇਰੇ ਸੰਗ ਜੁੜ ਜਾ, ਜੀ। ਜ਼ਿੰਦਗੀ ਕਹੇ ਮੇਰੇ ਸੰਗ ਜੁੜ ਜਾ, ਅੱਗੇ ਮੌਤ ਹੈ ਪਿੱਛੇ ਮੁੜ ਜਾ। ਹਾਂ। ਜ਼ਿੰਦਗੀ ਕਹੇ ਮੇਰੇ ਸੰਗ ਜੁੜ ਜਾ, ਅੱਗੇ ਮੌਤ ਹੈ ਪਿੱਛੇ ਮੁੜ ਜਾ, ਅਣਖੀ ਨਹੀਂ ਮਨਾਇਆ ਮੰਨਿਆ ਮਦਨ ਲਾਲ ਢੀਂਗਰਾ, ਗੁਰਤੀ ਯੋਧਾ ਦੇ ਲਈ ਬਣਿਆ ਮਦਨ ਲਾਲ ਢੀਂਗਰਾ। ਗੱਡੀ ਮੌਤ ਦੀ ਚਾੜਨ ਵੇਲੇ, ਕਰਜ਼ਨ ਤਾਈ ਮਾਰਨ ਵੇਲੇ, ਗੱਡੀ ਮੌਤ ਦੀ ਚਾੜਨ ਵੇਲੇ, ਕਰਜ਼ਨ ਤਾਈ ਮਾਰਨ ਵੇਲੇ, ਸੋਫੀ ਪਰਬਤ ਵਾਂਗੂ ਤਣਿਆ ਮਦਨ ਲਾਲ ਢੀਂਗਰਾ, ਗੁਰਤੀ ਯੋਧਾ ਦੇ ਲਈ ਬਣਿਆ ਵਾਹ। ਮਦਨ ਲਾਲ ਢੀਂਗਰਾ। ਇੱਕ ਸ਼ਹੀਦ ਨੂੰ ਪ੍ਰਣਾਮ ਵੀ ਹੋ ਗਿਆ, ਔਰ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਨ੍ਹਾਂ ਦਾ ਯੋਗਦਾਨ ਪਿਆ, ਉਹਨਾਂ ਨੂੰ ਸਲਾਮ ਵੀ ਸਾਡਾ ਬਣਦਾ, ਔਰ ਉਹ ਵੀ ਹੋ ਗਿਆ। ਅੱਛਾ, ਤੁਹਾਡੇ ਪਰਿਵਾਰ ਵਿੱਚ ਹੋਰ ਕੌਣ ਕੌਣ ਹੈ ਜੀ? ਮੇਰੇ ਪਰਿਵਾਰ ਦੇ ਵਿੱਚ ਮੇਰੀ ਵਾਈਫ ਤੇ 3 ਬੱਚੇ ਨੇ ਜੀ। 2 ਮੁੰਡੇ ਤੇ ਇੱਕ ਕੁੜੀ ਹੈ, ਅਤੇ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਮੇਰੀਆਂ 2 ਭੈਣਾਂ ਨੇ ਜੀ। ਅਤੇ ਦੋਨੇ ਆਪਣਾ ਆਪਣੇ ਘਰ ਹੀ ਠੀਕ ਨੇ। ਹਾਂਜੀ। ਅੱਛਾ, ਤੁਹਾਡੇ ਪਰਿਵਾਰ ਵਿੱਚ ਜਿਹੜਾ ਇਹ ਲਿਖਣ ਦਾ ਰੁਝਾਨ ਜਾਂ ਗਾਉਣ ਦਾ ਰੁਝਾਨ ਕਿਸੇ ਹੋਰ ਨੂੰ ਵੀ ਹੈ, ਜਾਂ ਤੁਸੀਂ ਇਕੱਲੇ ਹੀ ਆ? ਨਹੀਂ ਜੀ, ਇਹ ਕਿਸੇ ਨੂੰ ਨਹੀਂ ਸੀਗਾ, ਇਹ ਸਿਰਫ ਮੈਨੂੰ ਹੀ ਇਹ ਸ਼ੌਕ ਪੈਦਾ ਹੋਇਆ ਸੀਗਾ ਲਿਖਣ ਦਾ। ਨਾ ਮੇਰੇ ਬਾਪ ਨੂੰ, ਨਾ ਮੇਰੀ ਮਾਂ ਨੂੰ, ਨਾ ਮੇਰੇ ਭੈਣ ਭਰਾ, ਕਿਸੇ ਨੂੰ ਨਹੀਂ ਸੀਗਾ, ਅਤੇ ਸਿਰਫ ਮੈਂ ਹੀ ਪ੍ਰਭਾਵਿਤ ਹੋਇਆ ਗੀਤਕਾਰੀ ਤੋਂ। ਠੀਕ ਹੈ। ਸੁਣ ਕੇ, ਅਤੇ ਫਿਰ ਬਸ ਇਹ ਇਸੇ ਕਰਕੇ ਲਿਖਣਾ ਸ਼ੁਰੂ ਕਰ ਦਿੱਤਾ। ਅੱਛਾ, ਅਮਰੀਕ ਸੂਫੀ, ਹਾਂਜੀ, ਆਪਾਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਲਿਖਣ ਵਿੱਚ, ਖਾਸ ਤੌਰ 'ਤੇ ਗੀਤਕਾਰੀ ਵਿੱਚ ਬੰਦਾ ਪੈ ਕੇ ਰੋਟੀ ਨਹੀਂ ਕਮਾ ਸਕਦਾ। ਹਾਂਜੀ। ਜਾਂ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਸਿਰਫ ਗੀਤਕਾਰੀ ਤੋਂ ਰੋਟੀ ਖਾਧੀ ਹੋਵੇਗੀ। ਤੁਸੀਂ ਰੋਟੀ ਪਾਣੀ ਲਈ ਕੀ ਕਰਦੇ ਹੋ? ਪਰਿਵਾਰ ਪਾਲਣ ਵਾਸਤੇ ਕੀ ਕਰਦੇ? ਮੈਂ ਜੀ ਹੁਣ ਤੁਹਾਨੂੰ ਦੱਸਾਂ, ਮੇਰੇ ਕੋਲ ਇਸ ਵੇਲੇ ਮੈਂ 3 ਜੋਬਾਂ ਕਰਦਾ। ਬੱਲੇ, ਠੀਕ ਹੈ। ਇੱਕ ਤਾਂ ਲਿਖਣਾ ਹੋ ਗਿਆ, ਇਹਨੂੰ ਮੈਂ ਜੋਬ ਵੀ ਨਹੀਂ ਕਹਿੰਦਾ, ਇਹ ਤਾਂ ਮੇਰਾ ਸ਼ੌਕ ਆ। ਠੀਕ ਹੈ। ਪਰ ਇਹਨੂੰ ਜੋਬ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਰੋਟੀ ਮਿਲਦੀ ਤਾਂ ਹੈ ਨਹੀਂ। ਬਿਲਕੁਲ ਬਿਲਕੁਲ ਠੀਕ। ਹਾਂਜੀ, ਸਾਨੂੰ ਕੁਝ ਨਹੀਂ ਮਿਲਦਾ, ਇਹ ਸਾਡਾ ਸਿਰਫ ਸ਼ੌਕ ਆ। ਸ਼ੌਕ। ਜਾਂ ਮੈਂ ਇਹ ਕਹਿ ਸਕਦਾ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ। ਠੀਕ ਆ, ਇਹ ਸਹੀ ਸੇਵਾ ਹੀ ਹੈ, ਕਿਉਂਕਿ ਕੋਈ ਲਾਲਚ ਨਹੀਂ ਹੈ। ਜਦ ਤੱਕ ਮੈਂ ਲਿਖਦਾ ਹਾਂ ਨਾ, ਮੈਨੂੰ ਪੰਜਾਬੀ ਚੇਤੇ ਆ। ਸ਼ਾਇਦ ਮੈਂ ਲਿਖਣਾ ਬੰਦ ਕਰ ਦਵਾਂ, ਸ਼ਾਇਦ ਮੈਨੂੰ ਭੁੱਲ ਜਾਵੇ। ਠੀਕ। ਅਤੇ ਇੱਕ ਤਾਂ ਜੀ ਮੇਰੇ ਸਾਹਿਬ ਮੈਂ ਕਰਦਾ ਐਮਬਰੋਇਡਰੀ ਫੈਕਟਰੀ ਵਿੱਚ ਕੰਮ ਕਰਦਾ। ਠੀਕ। ਉੱਥੇ ਕੰਮ ਨਾ ਹੋਵੇ ਫਿਰ ਮੈਂ ਟੈਕਸੀ ਵੀ ਕਰਦਾ। ਠੀਕ। ਉੱਥੇ ਕੰਮ ਨਾ ਹੋਵੇ ਫਿਰ ਮੈਂ ਸਿਕਿਉਰਿਟੀ ਗਾਰਡ ਦਾ ਕੰਮ ਵੀ ਕਰਦਾ। ਹਾਂਜੀ। ਬੜੀ
ਤਾਜਬ ਦੀ ਗੱਲ ਆ, ਬੜੀ ਹੈਰਾਨੀ ਦੀ ਗੱਲ ਆ ਕਿ ਹਾਂਜੀ ਜ਼ਿੰਦਗੀ ਨੂੰ ਇੰਨਾ ਮਸਰੂਫ ਰੱਖਿਆ ਹੋਇਆ ਪਰ ਫਿਰ ਵੀ ਗੀਤਕਾਰੀ ਹਾਂਜੀ। ਇਹ ਬਹੁਤ। ਇੱਕ ਮੈਂ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹੁੰਦਾ ਕਿ ਕੰਮ ਨਾਲ ਮੇਰਾ ਰਿਸ਼ਤਾ ਜਿਹੜਾ ਨਾ ਮਹੇਸ਼ ਸਾਹਿਬ ਬਚਪਨ ਤੋਂ ਹੀ ਹੈ। ਬਚਪਨ ਵਿੱਚ ਬੱਚੇ ਖੇਡਦੇ ਹਨ, ਮੈਂ ਖੇਡ ਕੇ ਨਹੀਂ ਦੇਖਿਆ। ਅਤੇ ਮੈਂ ਸੀਗਾ 10 ਸਾਲ ਦਾ ਜਦੋਂ ਸਾਨੂੰ ਪੂਰੀ ਫੈਮਿਲੀ ਨੂੰ ਭੱਠੇ 'ਤੇ ਕੰਮ ਕਰਨ ਜਾਣਾ ਪੈਂਦਾ ਸੀਗਾ। ਇਸੇ ਕਰਕੇ ਮੈਂ ਇਸ ਗੀਤ ਦੇ ਵਿੱਚ ਭੱਠੇ ਦਾ ਸੀਨ ਪਾਇਆ ਸੀਗਾ। ਜ਼ਿਕਰ ਕੀਤਾ, ਠੀਕ ਹੈ। ਅਤੇ ਬਸ ਜੀ 10 ਸਾਲ ਦਾ ਮੈਂ ਸੀਗਾ ਜਦੋਂ ਤੋਂ ਮੈਂ ਕੰਮ ਕਰਨਾ ਸ਼ੁਰੂ ਕਰਤਾ ਆਪਣੀ ਫੈਮਿਲੀ ਨਾਲ। ਤਾਂ ਫਿਰ ਮੈਂ 6ਵੀਂ 'ਚ 7ਵੀਂ 'ਚ 8ਵੀਂ ਵਿੱਚ ਪਹਿਲਾਂ ਮੈਂ ਜਾਣਾ ਰਾਤ ਨੂੰ 12 ਵਜੇ ਭੱਠੇ 'ਤੇ, ਰਾਤ ਨੂੰ 12 ਵਜੇ ਤੋਂ 4 ਵਜੇ ਤੱਕ। ਅੱਛਾ, 4 ਘੰਟੇ ਉੱਥੇ ਲਾਉਣੇ? ਉੱਥੇ 4 ਘੰਟੇ ਲਾਉਣੇ। ਫਿਰ ਮੇਰੀ ਭੈਣ ਨੇ ਕਹਿਣਾ ਤੂੰ ਸੌਂ ਜਾ, ਤੂੰ ਸਵੇਰ ਨੂੰ ਸਕੂਲੇ ਵੀ ਜਾਣਾ। ਫਿਰ 2-3 ਘੰਟੇ ਮੈਂ ਸੌਣਾ, 7 ਵਜੇ ਸਕੂਲੇ। ਅਤੇ ਫਿਰ ਮੇਰੇ ਸਾਹਿਬ ਇੱਕ ਹੋਰ ਕਿੱਸਾ ਤੁਹਾਨੂੰ ਮੈਂ ਦੱਸਣਾ। ਜਦੋਂ ਮੈਂ 10ਵੀਂ ਪਾਸ ਕਰ ਲਈ ਅਤੇ ਉਹ ਕਹਿੰਦੇ ਜੀ ਬੰਦੇ, ਫਿਰ ਮੈਂ ਕੰਮ ਸਿੱਖਣ ਲੱਗ ਪਿਆ ਦਰਜੀਆਂ ਦਾ। ਤਾਂ ਫਿਰ ਸਾਡੇ ਕੈਂਟ ਦੇ ਵਿੱਚ ਨਾ ਨਵੇਂ ਕੰਪਿਊਟਰ ਆਏ ਸੀਗੇ ਉਸ ਵੇਲੇ। ਠੀਕ। ਇਹ 90 ਦੀ ਗੱਲ ਆ ਜੀ। ਉਦੋਂ ਕਿ ਕੰਪਿਊਟਰ ਆਇਆ ਹੈ ਅਤੇ ਸਾਨੂੰ ਜਿਹੜੇ ਕਹਿੰਦੇ ਜਿਹਨੇ 10ਵੀਂ ਪਾਸ ਕੀਤੀ ਨਾ ਸੈਕੰਡ ਡਿਵੀਜ਼ਨ ਵਿੱਚ, ਉਹਨਾਂ ਨੂੰ ਕੰਪਿਊਟਰ ਫ੍ਰੀ ਸਿਖਾਵਾਂਗੇ। ਲਓ ਜੀ, ਮੈਂ ਉੱਥੇ ਦਾਖਲਾ ਲੈ ਲਿਆ ਕੈਂਟ ਬੋਰਡ ਸਕੂਲ ਸਾਡੇ ਛਾਉਣੀ ਵਿੱਚ ਆ। ਹਾਲ ਮੇਰਾ ਫਿਰ ਉਹੀ। ਉੱਥੇ ਫਿਰ ਮੈਨੂੰ ਦਿਨੇ ਰਾਤ ਨੂੰ ਭੱਠੇ 'ਤੇ, ਦਿਨੇ ਕੰਪਿਊਟਰ ਸਿੱਖਣ ਜਾਣਾ ਸੀਗਾ 2 ਘੰਟੇ ਹੀ, ਪਰ ਮੈਨੂੰ ਨੀਂਦ ਆਉਣੀ ਉੱਥੇ। ਮੇਰੇ ਪੱਲੇ ਨਹੀਂ ਕੁਛ ਪੈਂਦਾ ਸੀਗਾ। ਫਿਰ ਜਦ ਨੀਂਦ ਆ ਜਾਣੀ ਵੀ ਪੱਲੇ ਕਿੱਥੋਂ ਪਾਉਣਾ। ਅਤੇ ਉਹ ਵੀ ਮੈਨੂੰ ਮਜਬੂਰੀ ਵਿੱਚ ਛੱਡਣਾ ਪਿਆ, ਮੇਰੇ ਤੋਂ ਨਹੀਂ ਕੋਰਸ ਹੋਇਆ। ਚਲੋ, ਤੁਹਾਡੀ ਜਿਹੜੀ ਜੀਵਨ ਗਾਥਾ ਇਹ ਬਹੁਤ ਗੰਭੀਰ ਆ, ਬਹੁਤ ਦਰਦ ਭਰੀ ਆ। ਹਾਂਜੀ। ਕੋਈ ਗੀਤ ਹੋ ਜਾਏ। ਬਿਲਕੁਲ। ਇਹ ਹੈ ਜੀ ਗੀਤ ਜਿਹੜਾ ਹੁਣ ਆਪਾਂ ਪੰਜਾਬੀ ਮਾਂ ਬੋਲੀ ਨੂੰ ਭੁੱਲਦੇ ਜਾਂਦੇ ਹਾਂ ਨਾ ਇੱਥੇ ਆ ਕੇ ਜੀ, ਉਹਨਾਂ ਹਾਲਾਤਾਂ 'ਤੇ। ਹਿੰਦ ਪਾਕ ਉਹਨਾਂ ਦਾ ਵੀ ਉਹੀ ਹਾਲ ਹੈ। ਹਾਂ, ਠੀਕ ਆ। ਹਿੰਦ ਪਾਕ ਇੱਕ ਮਾਂ ਦੇ ਦੋਨੋਂ ਪੁੱਤ ਪਏ ਰੋਂਦੇ, ਹਾਂ, ਬੇਸਮਝੀ ਦੇ ਲੱਗੇ ਹੋਏ ਦਾਗ ਪਏ ਧੋਂਦੇ। ਕਾਹਤੋਂ ਗੈਰਾਂ ਪਿੱਛੇ ਲੱਗ ਕੇ ਅਸੀਂ ਸੋਹਣਿਓ, ਸਾਡੀ ਮੱਤ ਲਾਜਵਾਬੀ ਜਾਣ ਲੱਗ ਪਈ। ਉਹ ਪਹਿਲਾਂ ਸਾਡੇ ਹੱਥੋਂ ਪੰਜਾਬ ਗਿਆ, ਹੁਣ ਪੰਜਾਬੀ ਜਾਣ ਲੱਗ ਪਈ। ਹੁਣ ਪੰਜਾਬੀ ਜਾਣ ਲੱਗ ਪਈ। ਕਾਲੇ ਦਿਲ ਵਾਲੇ ਸਾਡੇ ਘਰ ਨੂੰ 2 ਹਿੱਸਿਆਂ ਦੇ ਵਿੱਚ ਵੰਡ ਗਏ। ਸਾਡੇ ਹਿੱਸੇ ਆਈਆਂ ਬਸ ਨਫ਼ਰਤਾਂ, ਹਾਸਿਆਂ ਦੀ ਬੰਨ੍ਹ ਲੈ ਪੰਡ ਗਏ। ਬਸ ਉਸੇ ਦਿਨ ਉਸੇ ਪਲ ਤੋਂ ਪੂੰਜੀ ਬੇਹਿਸਾਬੀ ਜਾਣ ਲੱਗ ਪਈ। ਪਹਿਲਾਂ ਸਾਡੇ ਹੱਥੋਂ ਪੰਜਾਬ ਗਿਆ, ਹੁਣ ਪੰਜਾਬੀ ਜਾਣ ਲੱਗ ਪਈ। ਹੁਣ ਪੰਜਾਬੀ ਜਾਣ ਲੱਗ ਪਈ। ਪੁੱਤ ਵੀ ਤਾਂ ਥਾਂੋਂ ਥਾਈਂ ਖਿੰਡ ਗਏ, ਪੁੱਤ ਵੀ ਤਾਂ ਥਾਂੋਂ ਥਾਈਂ ਖਿੰਡ ਗਏ, ਆਪਣਾ ਗਰਾਂ ਘਰ ਟੋਲਦੀ। ਕਦੇ ਕਦੇ ਦਿਲ 'ਚ ਮੈਂ ਵਸਦੀ, ਮਾਂ ਬੋਲੀ ਦਿਲਾਂ ਨੂੰ ਫਰੋਲਦੀ। ਕਦੇ ਕਦੇ ਦਿਲ 'ਚ ਮੈਂ ਵਸਦੀ, ਮਾਂ ਬੋਲੀ ਦਿਲਾਂ ਨੂੰ ਫਰੋਲਦੀ। ਰੁਤਬਾ ਨਾ ਪਹਿਲਾਂ ਜਿਹਾ ਰਹਿ ਗਿਆ, ਟੌਰ ਵੀ ਨਵਾਬੀ ਜਾਣ ਲੱਗ ਪਈ। ਪਹਿਲਾਂ ਸਾਡੇ ਉੱਤੋਂ ਪੰਜਾਬ ਗਿਆ ਅਤੇ ਹੁਣ ਪੰਜਾਬੀ ਜਾਣ ਲੱਗ ਪਈ। ਨੌਜਵਾਨ ਪੀੜ੍ਹੀ ਅੱਜ ਕੱਲ੍ਹ ਦੀ, ਜਿਹੜੇ ਇੱਥੇ ਬੱਚੇ ਜੰਮੇ ਪਲੇ ਆ, ਨੌਜਵਾਨ ਪੀੜ੍ਹੀ ਅੱਜ ਕੱਲ੍ਹ ਦੀ ਰਾੜੇ ਨੂੰ ਹੈ ਰਾਰਾ ਪਈ ਆਖਦੀ। ਸੋਹਣਾ ਮੁੱਖ ਮਾਂ ਦਾ ਵਿਗਾੜਤਾ, ਗਲਤੀ ਹੈ ਸਾਰੀ ਸਾਡੀ ਆਪ ਦੀ। ਅਕਲਾਂ ਨੂੰ ਮੋਟੇ ਜਿੰਦੇ ਲੱਗ ਗਏ, ਦੂਰ ਸਾਤੋਂ ਚਾਬੀ ਜਾਣ ਲੱਗ ਪਈ। ਪਹਿਲਾਂ ਸਾਡੇ ਉੱਤੋਂ ਪੰਜਾਬ ਗਿਆ, ਹੁਣ ਪੰਜਾਬੀ ਜਾਣ ਲੱਗ ਪਈ। ਸੋਨਾ ਚਾਂਦੀ ਹੀਰੇ ਅਤੇ ਦੌਲਤਾਂ ਰੱਖਦੇ ਹਾਂ ਬੜਾ ਹੀ ਸੰਭਾਲ ਕੇ। ਸੋਨਾ ਚਾਂਦੀ ਹੀਰੇ ਅਤੇ ਦੌਲਤਾਂ ਰੱਖਦੇ ਹਾਂ ਬੜਾ ਹੀ ਸੰਭਾਲ ਕੇ। ਦੱਸੋ ਉਸ ਮਾਂ ਨੂੰ ਕਿਹਨੇ ਸਾਂਭਣਾ, ਦੱਸੋ ਉਸ ਮਾਂ ਨੂੰ ਕਿਹਨੇ ਸਾਂਭਣਾ, ਵੱਡੇ ਕੀਤਾ ਜਿਹਨੇ ਸਾਨੂੰ ਪਾਲ ਕੇ। ਰੋਕੋ ਰੋਕੋ ਬੱਦਲਾਂ ਦੇ ਦੇਸ਼ ਸੋਹਣਿਓ, ਸੀ ਜੋ ਆਫਤਾਬੀ ਜਾਣ ਲੱਗ ਪਈ। ਪਹਿਲਾਂ ਸਾਡੇ ਉੱਤੋਂ ਪੰਜਾਬ ਗਿਆ, ਹੁਣ ਪੰਜਾਬੀ ਜਾਣ ਲੱਗ ਪਈ। ਸੌਰੀ, ਇਹ ਥੋੜ੍ਹਾ ਜਿਹਾ ਲੰਬਾ ਗੀਤ ਹੈ। ਕੋਈ ਨਹੀਂ। ਵੇਲ ਨਹੀਂ ਔਲਾਦ ਕੋਲ ਬਹਿਣ ਦਾ, ਸਾਡੇ ਕੋਲ ਵੇਲ ਨਹੀਂ ਔਲਾਦ ਕੋਲ ਬਹਿਣ ਦਾ। ਨਸ਼ੇ ਦੀਆਂ ਲੈਣ ਨਾ ਖੁਮਾਰੀਆਂ, ਸੋਚੋ ਕੀ ਬਣੂਗਾ ਉਸ ਬਾਗ ਦਾ, ਜਿਹਦਾ ਮਾਲੀ ਭੁੱਲੇ ਜ਼ਿੰਮੇਵਾਰੀਆਂ। ਵੇਲ ਨਹੀਂ ਔਲਾਦ ਕੋਲ ਬਹਿਣ ਦਾ, ਨਸ਼ੇ ਦੀਆਂ ਲੈਣ ਨਾ ਖੁਮਾਰੀਆਂ। ਸੋਚੋ ਕੀ ਬਣੂਗਾ ਉਸ ਬਾਗ ਦਾ, ਜਿਹਦਾ ਮਾਲੀ ਭੁੱਲੇ ਜ਼ਿੰਮੇਵਾਰੀਆਂ। ਉਹ ਸਾਂਭਣਾ ਸੀ ਸੋਫੀ ਜਿਹਨੇ ਘਰ ਨੂੰ, ਹੋ ਕੇ ਸ਼ਰਾਬੀ ਜਾਣ ਲੱਗ ਪਈ। ਪਹਿਲਾਂ ਸਾਡੇ ਉੱਤੋਂ ਪੰਜਾਬ ਗਿਆ,
ਪੰਜਾਬੀ ਹੁਣ ਪੰਜਾਬੀ ਜਾਣ ਲੱਗ ਪਈ। ਬਹੁਤ ਬਾਖੂਬੀ ਤੁਸੀਂ ਜਿਹੜਾ ਅਲਾਮਾ ਸ਼ਰਾਬ ਨੂੰ ਦਿੱਤਾ, ਹਾਂਜੀ ਬਹੁਤ ਕਮਾਲ ਦੀ ਆ। ਅੱਛਾ, ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਗਜ਼ਲ ਨਹੀਂ ਲਿਖਦੇ, ਹਾਂਜੀ ਪਰ ਤੁਹਾਡੀ ਹਰ ਗੀਤ ਦੇ ਵਿੱਚ ਜਿਹੜੇ ਤੁਸੀਂ ਮੈਨੂੰ ਸੁਣਾਏ ਆ, ਉਹਦੇ ਵਿੱਚ ਹਿਰਨੀ ਜ਼ਖਮੀ ਹੋਏ ਦੀ ਹੂਕ ਵਿੱਚ ਆ। ਜੀ ਹਰ ਗੀਤ ਵਿੱਚ ਉਹ ਹੂਕ, ਹਰਨੀ ਦੇ ਤੀਰ ਲੱਗਾ ਹੋਇਆ ਜਿੱਦਾਂ ਉਹ ਚੀਕਦੀ ਆ, ਉਹ ਜੀ ਮੈਨੂੰ ਸੁਣਾਈ ਦਿੱਤੀ। ਗਜ਼ਲ ਕਿਉਂ ਨਹੀਂ ਲੱਗਦੀ? ਗਜ਼ਲ ਦਾ ਕਿਉਂਕਿ ਐਕਚੁਅਲੀ ਜੋ ਮੈਂ ਮਹਿਸੂਸ ਕੀਤਾ ਅੱਜ ਤੁਹਾਡੇ ਨਾਲ ਗੱਲ ਕਰਕੇ, ਹਾਲਾਂਕਿ ਆਪਾਂ ਪਹਿਲਾਂ ਵੀ ਕਈ ਵਾਰੀ ਮਿਲੇ ਆ, ਹਾਂਜੀ ਤੁਹਾਡੀ ਹਰ ਗੱਲ ਹਾਂਜੀ ਗਜ਼ਲ ਆ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਤਜਰਬਾ, ਤੁਹਾਡੇ ਪਰਿਵਾਰਕ ਹਾਲਾਤ ਜੀ ਤਾਣੀ ਬਹੁਤ ਅਨਹਾਇਆ, ਬਹੁਤ ਦਰਦ ਭਰਿਆ। ਹਾਂਜੀ ਤੇ ਇਹ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ? ਪਹਿਲੀ ਗੱਲ ਤਾਂ ਆਪਾਂ ਮੇਰੇ ਹਿਸਾਬ ਕਰਦੇ ਹਾਂ ਗਜ਼ਲ ਦੀ, ਜੀ ਕਿਉਂਕਿ ਗਜ਼ਲ ਮੈਨੂੰ ਸ਼ੌਕ ਬਹੁਤ ਜ਼ਿਆਦਾ ਲਿਖਣ ਦਾ, ਪਰ ਅਜੇ ਮੈਂ ਐਵੇਂ ਕਹਾਂ ਕਿ ਮੈਂ ਉਧਰ ਨੂੰ ਧਿਆਨ ਦਿੰਦਾ ਨਹੀਂ, ਪਰ ਸ਼ੌਕ ਮੈਨੂੰ ਬਹੁਤ ਜ਼ਿਆਦਾ ਆ। ਠੀਕ ਹੈ। ਪਰ ਮੈਨੂੰ ਇੰਨਾ ਯਕੀਨ ਆ ਆਪਣੇ ਆਪ 'ਤੇ, ਜਿੱਦਣ ਮੈਂ ਤਿਆਰ ਹੋ ਕੁੰਡੀ ਅੜ ਗਈ ਨਾ, ਫਿਰ ਉਸ ਦਿਨ ਫਿਰ ਮੈਂ ਜ਼ਰੂਰ ਲਿਖੂੰਗਾ। ਠੀਕ ਹੈ। ਹਾਂਜੀ, ਲਿਖਣ ਦਾ ਸ਼ੌਕ ਮੈਨੂੰ ਬਹੁਤ ਹੈ ਗਜ਼ਲ। ਅੱਛਾ, ਪੰਜਾਬੀ ਜਿੱਦਾਂ ਦਾ ਤੁਸੀਂ ਲਿਖਦੇ ਆ, ਹਾਂਜੀ ਪੰਜਾਬੀ ਜਿਹੜੇ ਗਾਉਣ ਵਾਲੇ ਆ ਆਮ ਤੌਰ 'ਤੇ ਉਹ ਚਲੰਤ ਟਾਈਪ ਗੀਤ ਜ਼ਿਆਦਾ ਗਾਉਂਦੇ ਆ। ਹਾਂ ਜਿਨ੍ਹਾਂ ਨੇ ਗੰਭੀਰਤਾ ਨਾਲ ਗਾਇਆ, ਹਾਂਜੀ ਉਹਨਾਂ ਨੇ ਗੰਭੀਰਤਾ ਨਾਲ ਸਿੱਖਿਆ ਵੀ ਆ। ਬਿਲਕੁਲ ਬਿਲਕੁਲ ਜਿਨ੍ਹਾਂ ਨੇ ਨਹੀਂ ਸਿੱਖਿਆ ਉਹ ਆਮ ਤੌਰ 'ਤੇ ਹਲਕੇ ਫੁਲਕੇ ਗੀਤ ਹੀ ਸਿਲੈਕਟ ਕਰਦੇ ਆ। ਜੀ ਸਿੱਧੇ ਜਿਹੇ। ਹਾਂ, ਸਿੱਧੇ। ਕਿਉਂਕਿ ਜਿਹੜਾ ਸਿੱਖਿਆ ਬੰਦਾ ਹਮੇਸ਼ਾ ਹੀ ਆਪਣੀ ਸਿੱਖਿਆ ਵਿੱਚ ਸ਼ੋਅ ਕਰ ਜਾਂਦਾ, ਮੈਨੂੰ ਆਹ ਆਉਂਦਾ ਆ। ਬਿਲਕੁਲ ਕਰਦਾ ਜੀ। ਤੇ ਤੁਸੀਂ ਕਿਹੜੇ ਗਾਇਕ ਨੂੰ ਜ਼ਿਆਦਾ ਸੁਣਦੇ ਆ? ਜਾਂ ਮੈਂ ਦੂਜੀ ਤਰ੍ਹਾਂ ਕਹਿ ਲੈਣਾ ਕਿ ਅਮਰੀਕ ਸੂਫੀ ਕੰਮ ਤੋਂ ਆਇਆ ਥੱਕਿਆ ਟੁੱਟਿਆ, ਜੀ ਘਰ ਬੈਠਾ ਆਰਾਮ ਨਾਲ ਕੋਈ ਮਿੱਠਾ ਜਿਹਾ ਗੀਤ ਲਾ ਕੇ ਜਾਂ ਗਜ਼ਲ ਲਾ ਕੇ ਸੁਣਨੀ ਚਾਹੁੰਦਾ, ਕਿਹਨੂੰ ਤੁਸੀਂ ਜ਼ਿਆਦਾ ਤਰਜੀਹ ਦਿੰਦੇ ਹੋ? ਸਭ ਤੋਂ ਮੇਰਾ ਜਿਹੜਾ ਮੈਂ ਪਹਿਲੇ ਨੰਬਰ 'ਤੇ ਕਹੂੰਗਾ ਸਾਬਰ ਕੋਟੀ ਨੂੰ। ਜੀ। ਉਹਦੇ ਵਰਗਾ ਕਲਾਕਾਰ ਮੈਂ ਨਹੀਂ ਦੇਖਿਆ। ਤੇ ਜਿਹੜਾ ਆਪਣੇ ਇੱਧਰਲੀ ਮੈਂ ਗੱਲ ਕਰਦਾ, ਉਹਦਾ ਤਾਂ ਨੁਸਰਤ ਸਾਹਿਬ ਬਹੁਤ ਵੱਡੇ ਹੋ ਚੁੱਕੇ ਆ। ਠੀਕ ਹੈ, ਠੀਕ ਹੈ। ਕਲਾਕਾਰ ਤੇ ਜਿਨ੍ਹਾਂ ਨੂੰ ਮੈਂ ਹਾਂਜੀ ਹਾਂਜੀ ਸੁਣਦਾ ਫਿਰ ਘਰ ਆ ਕੇ ਆਪਣੇ ਸਕੂਨ। ਹਾਂਜੀ, ਤੇ ਨੁਸਰਤ ਸਾਹਿਬ ਤਾਂ ਹੈ ਹੀ ਹੈ, ਉਹਨਾਂ ਨੂੰ ਤਾਂ ਸੁਣੀਦਾ ਹੀ ਆ। ਉਸ ਤੋਂ ਬਾਅਦ ਫਿਰ ਹੁੰਦੇ ਆ ਜੀ ਜੋ ਮੇਰੇ ਲਿਸਟ ਵਿੱਚ ਨੇ ਫੇਵਰਟ, ਸਦੂਲ ਸਿਕੰਦਰ ਸਾਹਿਬ। ਕੀ ਬਾਤ ਹੈ। ਤੇ ਸ਼ਾਇਰੀ ਵਿੱਚੋਂ ਜੇ ਮੈਂ ਸ਼ਾਇਰੀ ਸੁਣਨੀ ਹੋਵੇ ਤੇ ਦੇਬੀ ਮਖਸੂਸਪੁਰੀ। ਹਾਂਜੀ, ਤੇ ਜੇ ਕਿਤੇ ਹਿੰਦੀ ਸੁਣਨ ਨੂੰ ਜੀ ਕਰੇ ਤਾਂ ਆਨੰਦ ਬਖਸ਼ੀ। ਠੀਕ ਹੈ। ਹਾਂਜੀ, ਤੇ ਜੇ ਉਦਾਸ ਤਾਂ ਫਿਰ ਸ਼ਿਵ ਬਟਾਲਵੀ। ਕੀ ਬਾਤ, ਬਹੁਤ ਵਧੀਆ। ਹਾਂਜੀ, ਜਿੱਦਾਂ ਦਾ ਤੁਹਾਡਾ ਜ਼ਿੰਦਗੀ ਦਾ ਤਜਰਬਾ, ਹਾਂਜੀ, ਉੱਦਾਂ ਦੀ ਤੁਹਾਡੀ ਜਿਹੜੀ ਚੋਇਸ ਵੀ ਹੈਗੀ ਆ। ਜੀ। ਅੱਛਾ, ਆਪਣੇ ਕੋਲ ਟਾਈਮ ਬਹੁਤ ਜਲਦੀ ਨਸਾ ਜਾ ਰਿਹਾ, 4 ਮਿੰਟ ਆ। 4 ਮਿੰਟਾਂ ਵਿੱਚ ਆਪਾਂ ਗੱਲ ਕਰਨੀ ਪੈ ਗੀਤ ਅਸੀਂ ਜ਼ਰੂਰ ਤੁਹਾਡੇ ਕੋਲ ਇੱਕ ਹੋਰ ਸੁਣਨਾ ਚਾਹੁੰਦੇ ਹਾਂ। ਜੀ ਜ਼ਰੂਰ ਸੁਣਾਵਾਂਗੇ। ਤੇ ਪਲੀਜ਼ ਤੁਸੀਂ ਗੀਤ ਇੱਕ ਹੋਰ ਸੁਣਾਓ, ਉਹਦੇ ਬਾਅਦ ਵਿੱਚ ਗੱਲ ਕਰਦੇ ਹਾਂ। ਠੀਕ ਹੈ ਜੀ। ਇਹ ਹੈ ਜੀ ਇੱਕ ਉਦਾਸ ਗੀਤ ਹੈ, ਡਾਕਾ ਪੈ ਗਿਆ। ਠੀਕ। ਕਿਵੇਂ ਕਰੇਗਾ ਤੂੰ ਕੇਸ, ਨਾ ਕੋਈ ਜਾਮਨ ਗਵਾਹ। ਹਾਂ, ਕਿਵੇਂ ਕਰੇਗਾ ਤੂੰ ਕੇਸ, ਨਾ ਕੋਈ ਜਾਮਨ ਗਵਾਹ। ਹਾਂ, ਉਹੀ ਹੋਇਆ ਬੇਈਮਾਨ ਜਿਹਨੂੰ ਸੌਂਪੇ ਸੀ ਤੂੰ ਚਾਹ। ਉਹੀ ਹੋਇਆ ਬੇਈਮਾਨ ਜਿਹਨੂੰ ਸੌਂਪੇ ਸੀ ਤੂੰ ਚਾਹ। ਲੱਗਾ ਸੱਜਣੋਂ ਮੁਨਾਫਾ ਸਾਰੀ ਜ਼ਿੰਦਗੀ ਦਾ, ਤੇਰੇ ਪੱਲੇ ਘਾਟਾ ਰਹਿ ਗਿਆ। ਜਿੱਥੇ ਰੱਖੀ ਸੀ ਤੂੰ ਪੂੰਜੀ ਦਿਲਾ ਮੇਰਿਆ, ਉਸ ਜਗ੍ਹਾ ਡਾਕਾ ਪੈ ਗਿਆ। ਹਾਂ। ਕੁਝ ਹੋਈਆਂ ਮੁਲਾਕਾਤਾਂ ਦੇ ਸੀ ਮਿੱਠੇ ਮਿੱਠੇ ਬੋਲ, ਕੁਝ ਪਿਆਰ ਦੇ ਸੀ ਪਲ, ਕੁਝ ਰੀਝਾਂ ਅਨਮੋਲ। ਵਾਹ। ਕੁਝ ਹੋਈਆਂ ਮੁਲਾਕਾਤਾਂ ਦੇ ਸੀ ਮਿੱਠੇ ਮਿੱਠੇ ਬੋਲ, ਕੁਝ ਪਿਆਰ ਦੇ ਸੀ ਪਲ, ਕੁਝ ਰੀਝਾਂ ਅਨਮੋਲ। ਹੋਇਆ ਤਿੱਤਰ ਖਾਬਾਂ ਦੀ ਪੰਡ ਬੰਨ, ਹੋਇਆ ਤਿੱਤਰ ਖਾਬਾਂ ਦੀ ਪੰਡ ਬੰਨ, ਕੋਈ ਸਾਡੇ ਹਾਸਿਆ ਨਾ ਕਹਿ ਗਿਆ। ਜਿੱਥੇ ਰੱਖੀ ਸੀ ਤੂੰ ਪੂੰਜੀ ਦਿਲਾ ਮੇਰਿਆ, ਕੋਈ ਉਸ ਜਗ੍ਹਾ ਡਾਕਾ ਪੈ ਗਿਆ। ਉਸ ਜਗ੍ਹਾ। ਠੀਕ। ਹੋਇਆ ਕਰਦਾ ਸੀ ਮਾਣ ਤੈਨੂੰ ਬੜਾ ਪਿਆਰ ਉੱਤੇ, ਹੋਇਆ ਕਰਦਾ ਸੀ ਮਾਣ ਤੈਨੂੰ ਬੜਾ ਪਿਆਰ ਉੱਤੇ, ਬੇਸਮਝਾ ਬੇਕਦਰੇ ਜਿਹੇ ਦਿਲਦਾਰ ਉੱਤੇ। ਜਿੱਥੇ ਮਿਲਦੇ ਸੀ ਰੋਜ਼, ਜਿੱਥੇ ਮਿਲਦੇ ਸੀ ਰੋਜ਼,
उस जगह ते ले जाके अलविदा कह गया, हाँ जिथे रखी सी तू पूंजी दिला मेरिया, उस जगह डाका पै गया। बन जाने तेरे साथी सोचां फिक्र ख्याल, बन जाने तेरे साथी सोचां फिक्र ख्याल, हुण होना तेरा हारे होए सोफी जिहा हाल, हाँ हुण होना तेरा हारे होए सोफी जिहा हाल, होइयां कट्ठियां दुआले देख चंदरियां यादां दे विचाले बह गया, जिथे रखी सी तू पूंजी दिला मेरिया, उस जगह डाका पै गया। वाह बहुत खूब। सोफी साहब अपने को टाइम बहुत लिमिटेड जिहा रह गया जी। मैं कहना कि 1.5 मिनट तुसीं अपनी जिंदगी के किसी पहलू बारे, हो सकता मैं थोड़े को सवाल ना पुछ सकिया होवां जी, तुसीं कोई होर अपनी जिंदगी का तजर्बा जां जिंदगी का दर्द जां परिवार की सिफत जी कुछ कहना चाहो बिल्कुल। तो या तुसीं कांशी टीवी दे सुनेहा देना चाहो तो जरूर शेयर करो सानूं प्लीज़। कांसी टीवी का शुक्रिया बहुत बड़ी, मैं जिन्ना करा उन्ना घट है। ठीक है, सानू निमाणे जिहे नूं मान बख्शिया है ना, वो बहुत बड़ी गल है। एक मैं अपनी जिंदगी का, अपनी गरीबी बच्चे लंघी जिंदगी जिन्नी भी उत्थे लंघी है इंडिया च। ठीक। तो एक किस्सा दसना चाहूँगा। असीं रात नूं 11 बजे उठ के तो भट्ठे ते तुर पे काम करन। ठीक। जे असीं मेरे साहब सवेरे 7 बजे तो पहला काम नहीं सी ना निबड़दे, गर्मियां नूं 8 बजे तक काम नहीं सी हुंदा, धुप्प बहुत पैण लग पैंदी सी। ठीक। असीं 11 बजे तुर पे तो रात जाने AC चले, AC अमीरां दे घर च AC लगा होया, आवाज़ आवे तो हवा तत्ती जी बाहर नूं आवे। ठीक। फिर मैं अपने फादर नूं पुछां, मैं कहा पापा जी ये आवाज़ इन्नी काहदी आ रही है, ये नाले हवा तत्ती बाहर नूं आउंदी है। कहंदा पुत्त इहनूं AC कहंदे आ। मैं कहा ओह की हुंदा? अगे इहदे विच अंदर ठंडी हवा आउंदी है, जिहड़े सुत्ते ऐन आराम नाल सुत्ते ठंडी हवा आउंदी है अंदर लिया। हाँ अंदर लिया भी ये गर्मियां नूं लोड़ हुंदी इहदी। फिर दिमाग 'च गल आई भी किते असीं भी AC थल्ले सोवांगे, जिद्दां किते रब सुणदा हुंदा है ना। मैं रब 'च बहुत यकीन करदा। तो वो जी रब दी ऐसी करनी, उन्हें चक के उत्थे मारा जिथे AC दी लोड़ ही नहीं, इंग्लैंड। ठीक है, बहुत खूब। हाँ जी। सूफी साहब थोड़ा बहुत बहुत धन्यवाद। सॉरी आपको इन्ना टाइम से अज, कोई गल नहीं, आप किते फिर किसी होर टाइम से आप मिलांगे। ये सन जी अमरीक सूफी जी, जिन्हों को आप बहुत खूबसूरत दर्द भरे गीत सुने और उन्होंने अपनी जिंदगी कुछ इदां दी बीती है कि दिल करदा सीगा होर बहुत सारिया गल्लां आपां करिए, पर वक्त दी नजाकत आ, वक्त इन्ने सी इदों ज़्यादा आप गल नहीं कर सकते। तो मैं इन्होंने प्रॉमिस किया किसी होर टाइम तेन बुला के इन्होंने होर गलबात करांगे। तुसीं साडा प्रोग्राम स्पैशल गैस्ट देखते हो, तुहाडा बहुत बहुत धन्यवाद। और देखते रहो कांशी टीवी, तुहाडा अपना टीवी है, इसकी सपोर्ट करनी है तुहाडी ड्यूटी बनती है, जरूर सपोर्ट करो। मैं तुहानूं मिलांगा किसी होर प्रोग्राम अगले हफ्ते। अपना रखो ख्याल। जय भीम, नो बुद्धाय, जय गुरुदेव। थैंक यू। ना मैं तैनू मिलदी ना तेरी किस्मत ने खुलना सी, ना मैं तैनू मिलदी ना तेरी किस्मत ने खुलना सी। तेरा सूत आ गया नहीं ते तू इंडिया विच रुलना सी, तेरा सूत आ गया नहीं ते तू इंडिया विच रुलना सी। मैं यूके दी जाई वे तू पलिया पिंडां दा, मैं नित पीवां कोक तू पीवे पानी पिंडां दा। मैं यूके दी जाई वे तू पलिया पिंडां दा, मैं नित पीवां कोक तू पीवे पानी पिंडां दा। पिंड दी सुनेरी ने मेरे ते ही चुलना सी, पिंड दी सुनेरी ने मेरे ते ही चुलना सी। सच्ची तेरा सूत आ गया नहीं ते तू इंडिया विच रुलना सी, तेरा सूत आ गया नहीं ते तू इंडिया विच रुलना सी। टुट्टी फुट्टी हुंदी सी एक साइकिल तेरी वे, हुण तू लावें नित नवियां गड्डियां विच गेड़ी वे।
इंडिया विच रुलना सी, तेरा सूट आ गया नहीं ते तू इंडिया विच रुलना सी। पैसे ना सी जुड़दे इंडिया दारू सिंपल नू, हुण तू पावें हथ शॉप ते जाके डिंपल नू। पैसे ना सी जुड़दे इंडिया दारू सिंपल नू, हुण तू पावें हथ शॉप ते जाके डिंपल नू। नॉन वेज ते बीयर बिना सोफी कित्थों फुलना सी, नॉन वेज ते बीयर बिना सोफी कित्थों फुलना सी। तेरा सूट आ गया नहीं ते तू इंडिया विच रुलना